ਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ। ਨਾਨਕ ਸਰਣ ਤੁਹਾਰੀਆ ਪੇਖੋ ਸਦਾ ਹਜੂਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਸ਼ਲੋਕ ਸਿੱਖੋ ਸ਼ਬਦ ਪਿਆਰੇ ਹੋ। ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ। ਨਾਨਕ ਸਿਮਰਤ ਏਕ ਸਿੱਖੋ ਸ਼ਬਦ ਪਿਆਰੇ ਹੋ। ਜਨਮ ਮਰਨ ਕੀ ਟੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦੀਨ ਦਇਆਲ ਮਿਹਰਬਾਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਬਖਸ਼ਿਸ਼ ਦਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦਾ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਵੇਰ ਸਾਹਿਬ, ਜਿਸ ਥਾਂ ਤੇ ਸਤਿਗੁਰੂ ਜੀ ਨੇ ਲੰਮਾ ਸਮਾਂ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਤੋਂ ਉਪਰੰਤ ਹਰ ਰੋਜ਼ ਇੱਥੇ ਵੇਈ ਨਦੀ ਦੇ ਕੰਢੇ ਤੇ ਚੌਂਕੜਾ ਲਾਉਣਾ, ਆਪਣੇ ਸਰੂਪ ਦੇ ਵਿੱਚ ਲੀਨ ਹੋਣਾ ਔਰ ਸੰਸਾਰ ਦੇ ਜੀਵਾਂ ਵਾਸਤੇ ਸਿੱਖਿਆ ਦਿੱਤੀ ਪੂਰਨ ਪਾਏ ਕਿ ਹਰ ਰੋਜ਼ ਭਾਈ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨਾ ਹੈ, ਨਾਮ ਜਪਣਾ ਹੈ, ਪ੍ਰਭੂ ਦੇ ਧਿਆਨ ਦੇ ਵਿੱਚ ਜੁੜਨਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕੋਟ ਵਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ। ਤੋ ਸਤਿਗੁਰੂ ਜੀ ਦੇ ਦਰ ਘਰ ਦੀ ਮਰਿਆਦਾ ਦੇ ਅਨੁਸਾਰ ਗੁਰੂ ਜੀ ਦੇ ਪਾਵਨ ਅਸਥਾਨ ਤੇ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ। ਗਰੀਬ ਨਵਾਜ਼ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਕੀਰਤਨ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਔਰ ਲੜੀਵਾਰ ਰੂਪ ਦੇ ਵਿੱਚ ਮਹਾਰਾਜ ਸਾਹਿਬ ਜੀ ਜੋ ਅੱਜ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, 916 ਅੰਗ ਤੇ ਗਰੀਬ ਨਵਾਜ਼ ਬਖਸ਼ਿਸ਼ ਕਰ ਰਹੇ ਹਨ। ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ। ਜਿਨ੍ਹਾਂ ਸਤਿਗੁਰਾਂ ਨੇ
ਸ੍ਰੀ ਗੋਇੰਦਵਾਲ ਸਾਹਿਬ ਵਿਖੇ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ। ਧੰਨ ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਧੰਨ ਧੰਨ ਮਾਤਾ ਬੀਬੀ ਭਾਨੀ ਜੀ, ਤਿਨਾਂ ਦੇ ਗ੍ਰਹਿ ਵਿਖੇ 1620 ਬਿਕਰਮੀ ਸੰਮਤ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪੰਚਮ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਬਚਪਨ ਦੇ 11 ਸਾਲ ਨਾਨਾ ਸਤਿਗੁਰੂ ਜੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਬਤੀਤ ਹੋਏ, ਕਿਉਂਕਿ ਸਤਿਗੁਰੂ ਤੀਜੇ ਪਾਤਸ਼ਾਹ ਜੀ ਨੇ 1631 ਬਿਕਰਮੀ ਸੰਮਤ ਨੂੰ ਸੱਚਖੰਡ ਬਿਆਨਾ ਕੀਤਾ ਹੈ ਤੇ ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ 1620 ਬਿਕਰਮੀ ਸੰਮਤ ਨੂੰ ਹੋਇਆ ਹੈ। 11 ਸਾਲ ਦਾ ਸਮਾਂ ਬਣਦਾ ਹੈ ਜੋ ਬਚਪਨ ਦਾ ਆਪਣੇ ਨਾਨਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਤੀਤ ਕੀਤਾ। ਤਾਂ ਹੀ ਭੱਟ ਸਾਹਿਬਾਨਾਂ ਨੇ ਇਹ ਬੋਲ ਕਹੇ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਐਸੇ ਸਤਿਗੁਰੂ ਕਿ ਆਪ ਜੀ ਦਾ ਆਗਮਨ ਹੀ ਗੁਰੂ ਘਰ ਦੇ ਵਿੱਚ ਹੋਇਆ। ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਭਾਵੇਂ ਚੌਥੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਨੂੰ ਗੁਰਿਆਈ ਦਾ ਤਖਤ ਉਸ ਮੌਕੇ ਤੇ ਪ੍ਰਾਪਤ ਹੋਇਆ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 11 ਸਾਲ ਦੀ ਉਮਰ ਵਿੱਚ ਸਨ। 1631 ਨੂੰ ਤੀਜੇ ਪਾਤਸ਼ਾਹ ਜੀ ਨੇ ਸੱਚਖੰਡ ਬਿਆਨੇ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਾ ਤਖਤ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੀ ਦਿੱਤਾ ਔਰ ਆਪ ਜੀ ਦਾ ਆਗਮਨ ਹੀ ਗੁਰੂ ਘਰ ਦੇ ਵਿੱਚ ਹੋਇਆ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਆਪ ਜੀ ਨੇ ਜਨਮ ਤੋਂ ਹੀ ਗੁਰੂ ਸਾਹਿਬ ਜੀ ਦੀ ਮੱਤ ਲੈ ਕਰਕੇ ਬ੍ਰਹਮ ਨੂੰ ਪਛਾਣਿਆ। ਇਸ ਤਰ੍ਹਾਂ ਭੱਟ ਸਾਹਿਬਾਨਾਂ ਨੇ ਕਥਨ ਕੀਤਾ। ਉਹਨਾਂ ਦੇ ਕਹਿਣ ਦਾ ਭਾਵ ਇਹ ਹੈ, ਗੁਰਮੁਖਾਂ ਦਾ, ਮਹਾਂਪੁਰਖਾਂ ਦਾ, ਪ੍ਰਭੂ ਦੇ ਪਿਆਰਿਆਂ ਦਾ, ਵੀ ਜਿਵੇਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੋ ਬਾਬਾ ਲਹਿਣਾ ਜੀ ਦੇ ਰੂਪ ਦੇ ਵਿੱਚ 28 ਸਾਲ ਦੀ ਉਮਰ ਸੀ ਦੂਜੇ ਪਾਤਸ਼ਾਹ ਜੀ ਦੀ, ਜਦੋਂ ਪਹਿਲਾ ਮਿਲਾਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ। ਖਡੂਰ ਸਾਹਿਬ ਤੋਂ ਗਏ ਸੀ ਆਪ ਸੰਗ ਦੇ ਨਾਲ, ਸੰਗੀਆਂ ਸਾਥੀਆਂ ਦੇ ਨਾਲ, ਤੇ ਪਹਿਲਾ ਮੇਲ ਮਿਲਾਪ 28 ਸਾਲ ਦੀ ਉਮਰ ਦੇ ਵਿੱਚ ਹੋਇਆ। ਜਦੋਂ ਮਹਾਰਾਜ ਸਾਹਿਬ ਜੀ ਨੇ ਪੁੱਛਿਆ ਸੀ ਕਿ ਪੁਰਖਾ ਤੇਰਾ ਨਾਂ ਕੀ ਹੈ, ਕਿੱਥੋਂ ਆਇਆ ਹੈ, ਆਖਿਆ ਜੀ ਖਡੂਰ ਤੋਂ ਆਇਆ ਹਾਂ। ਉਦੋਂ ਇਕੱਲਾ ਹੀ ਖਡੂਰ ਕਹਿੰਦੇ ਹੁੰਦੇ ਸੀ, ਬਾਅਦ ਚ ਸ੍ਰੀ ਖਡੂਰ ਸਾਹਿਬ ਸੰਗਤਾਂ ਭਾਵਨਾ ਨਾਲ ਕਹਿਣ ਲੱਗੀਆਂ ਜੀ ਖਡੂਰ ਤੋਂ ਆਇਆ ਹਾਂ, ਨਾਂ ਕੀ ਹੈ ਪੁਰਖਾ ਤੇਰਾ? ਮਹਾਰਾਜ ਮੇਰਾ ਨਾਮ ਲਹਿਣਾ ਹੈ। ਤੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਸੀ ਤੂੰ ਲੈਣਾ ਹੈ ਤੇ ਅਸੀਂ ਦੇਣਾ। ਪਹਿਲੇ ਦਿਨ ਪਹਿਲੇ ਮਿਲਾਪ ਵਿੱਚ ਇਸੇ ਤਰ੍ਹਾਂ ਤੀਜੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਚਰਨ ਸ਼ਰਨ ਦੇ ਵਿੱਚ ਖਡੂਰ ਸਾਹਿਬ ਦੀ ਧਰਤੀ ਤੇ ਉਦੋਂ ਆਏ ਜਦੋਂ ਦੂਜੇ ਪਾਤਸ਼ਾਹ ਜੀ ਨੂੰ ਗੁਰਿਆਈ ਕਰਦਿਆਂ ਹੋਇਆ 1 ਸਾਲ ਦਾ ਸਮਾਂ ਹੋ ਚੁੱਕਾ ਸੀ। 1596 ਬਿਕਰਮੀ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਗੁਰਿਆਈ ਦਿੱਤੀ ਤੇ ਇਤਿਹਾਸ ਕਹਿੰਦਾ ਹੈ ਵੀ 1597 ਦੇ ਵਿੱਚ ਬੀਬੀ ਅਮਰੋ ਜੀ ਦੇ ਨਾਲ ਜੋ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਸੁਪੁੱਤਰੀ ਸਨ,
ਤੇ ਤੀਜੇ ਪਾਤਸ਼ਾਹ ਜੀ ਦੇ ਭਰਾਤਾ ਦੇ ਨਾਲ ਵਿਆਹੇ, ਭਰਾਤਾ ਦੇ ਪੁੱਤਰ ਦੇ ਨਾਲ ਵਿਆਹੇ ਹੋਏ ਸਨ, ਭਤੀਜੇ ਦੇ ਨਾਲ। ਬੀਬੀ ਅਮਰੋ ਜੀ ਦਾ ਸੰਗ ਕਰਕੇ 1597 ਬਿਕਰਮੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪੱਕੇ ਤੌਰ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆਉਂਦੇ, ਬਿਰਧ ਅਵਸਥਾ ਦੇ ਵਿੱਚ ਆਉਂਦੇ। ਉਦੋਂ ਆਪ ਜੀ ਦੀ ਅਵਸਥਾ ਸਰੀਰਕ ਅਵਸਥਾ ਬਜ਼ੁਰਗ ਸੀ, ਤੇ ਫਿਰ 12 ਸਾਲ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਮਹਾਨ ਸੇਵਾ ਕੀਤੀ, ਇਸ਼ਨਾਨ ਕਰਾਉਣ ਦੀ ਔਰ ਹਰੇਕ ਪ੍ਰਕਾਰ ਦੀ ਗੁਰੂ ਘਰ ਦੀ ਹੋਰ ਵੀ ਸੇਵਾ ਕੀਤੀ। ਕਹਿਣ ਤੋਂ ਭਾਵ ਇਹ ਕਿ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਵੀ 28 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆਏ। ਤੀਜੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੀ ਬਿਰਧ ਅਵਸਥਾ ਦੇ ਵਿੱਚ ਦੂਜੇ ਪਾਤਸ਼ਾਹੀ ਦੀ ਸ਼ਰਨ ਵਿੱਚ ਆਏ, ਤੇ ਚੌਥੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੀ ਕੁਝ ਸਮਾਂ ਪਾ ਕੇ ਬਾਅਦ ਵਿੱਚ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ। ਚੌਥੇ ਪਾਤਸ਼ਾਹੀ ਦਾ ਆਗਮਨ ਲਾਹੌਰ ਚੂਨਾ ਮੰਡੀ ਦੇ ਵਿੱਚ ਹੁੰਦਾ ਹੈ। ਬਚਪਨ ਦੇ ਵਿੱਚ ਹੀ ਮਾਤਾ ਪਿਤਾ ਸੱਚਖੰਡ ਪਿਆਨਾ ਕਰ ਜਾਂਦੇ ਹਨ, ਤੇ ਵਿਧਵਾ ਨਾਨੀ ਮਾਤਾ ਆਪਣੇ ਨਗਰ ਬਾਸਰ ਕੇ ਲੈ ਕੇ ਆਉਂਦੇ। ਉਥੋਂ ਸਮੇਂ ਨਾਲ ਸੰਗਤ ਨਾਲ ਮਿਲ ਕਰਕੇ ਫਿਰ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆਉਂਦੇ। ਪਰ ਪੰਚਮ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਬਾਰੇ ਭੱਟ ਸਾਹਿਬਾਨ ਕਹਿੰਦੇ ਆਪ ਜੀ ਦਾ ਤੇ ਆਗਮਨ ਹੀ ਗੁਰੂ ਘਰ ਦੇ ਵਿੱਚ ਹੋਇਆ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਆਪ ਜੀ ਨੇ ਜਨਮ ਤੋਂ ਹੀ, ਪ੍ਰਕਾਸ਼ ਤੋਂ ਹੀ, ਆਗਮਨ ਤੋਂ ਹੀ ਗੁਰੂ ਜੀ ਦੀ ਮਾਤਾ ਆਪ ਜੀ ਨੂੰ ਪ੍ਰਾਪਤ ਹੋਈ। ਆਪ ਜੀ ਨੇ ਬ੍ਰਹਮ ਨੂੰ ਪਛਾਣਿਆ। ਬਚਪਨ ਦੇ 11 ਸਾਲ ਨਾਨਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਬਤੀਤ ਹੋਣੇ, ਤੇ ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਦਿਨ ਖੇਡਦਿਆਂ ਜਿਵੇਂ ਛੋਟੇ ਜਿਹੇ ਬਾਲਕ ਖੇਡਦੇ, ਮਿੱਟੀ ਦੇ ਨਾਲ ਰਿੜਦਿਆਂ ਹੋਇਆ, ਮਿੱਟੀ ਦੇ ਉੱਤੇ ਸਰੀਰ ਹੈ ਮਿੱਟੀ ਨਾਲ ਲਿਬੜਿਆ ਹੋਇਆ, ਤੇ ਨਾਨਾ ਸਤਿਗੁਰੂ ਜੀ ਨੇ ਪਲੰਘੇ ਨੂੰ ਆ ਕੇ ਫੜ ਲੈਂਦੇ, ਪਾਵੇ ਨੂੰ ਫੜ ਕੇ, ਬਾਹੀ ਨੂੰ ਫੜ ਕੇ, ਨਾਲ ਖਲੋ ਕੇ ਕਿਲਕਾਰੀਆਂ ਮਾਰਨੀਆਂ, ਤੇ ਨਾਲੇ ਆਪਣੇ ਸਰੀਰ ਨੂੰ ਹਿਲਾਉਣਾ, ਤੇ ਨਾਲੇ ਸਾਰੇ ਪਲੰਘੇ ਨੂੰ ਹਿਲਾ ਦੇਣਾ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ ਨੇਤਰ ਮੁੰਦੇ ਹੋਏ ਆ, ਚੌਂਕੜਾ ਲੱਗਾ ਹੋਇਆ ਹੈ, ਤੇ ਗਰੀਬ ਨਵਾਜ਼ ਸਾਹਿਬ ਜੀ ਕਹਿੰਦੇ ਕਿਹੜਾ ਵੱਡਾ ਪੁਰਖ ਹੈ ਭਾਰੀ, ਜਿਹਨੇ ਮੰਜੀ ਹਿਲਾਈ ਸਾਡੀ ਸਾਰੀ, ਸੁਭਾਵਕ ਹੀ ਬਚਨ ਕੀਤਾ। ਤੇ ਪਾਸ ਹੀ ਝਾੜੂ ਦੇ ਰਹੇ ਸਨ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸੁਪੁੱਤਰੀ ਬੀਬੀ ਭਾਨੀ ਜੀ, ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਤਨੀ, ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਮਾਤਾ ਜੀ। ਉਹਨਾਂ ਆਖਿਆ ਸਤਿਗੁਰੂ ਪਿਤਾ ਜੀ ਹੋਰ ਕੋਈ ਨਹੀਂ, ਇਹ ਤੁਹਾਡਾ ਆਪਣਾ ਹੀ ਦੋਹਤਾ ਹੈ। ਸ੍ਰੀ ਅਰਜਨ ਦੇਵ ਨੇਤਰ ਖੋਲੇ ਹਨ, ਤੇ ਗਰੀਬ ਨਵਾਜ਼ ਸਾਹਿਬ ਜੀ ਚੁੱਕ ਕਰਕੇ ਦੋਵਾਂ ਬਾਹਾਂ ਤੋਂ ਫੜ ਕੇ ਉੱਪਰ ਨੂੰ ਚੁੱਕ ਕੇ ਆਪਣੀ ਗੋਦੀ ਵਿੱਚ ਬਿਠਾ ਲੈਂਦੇ, ਨਾਲੇ ਪਿਆਰ ਦਿੰਦੇ ਆ। ਪਹਿਲਾ ਬਚਨ ਕਰਦੇ ਆ ਵੱਡੇ ਭਾਰੀ ਗੁਰੂ ਹੋਣਗੇ, ਤੇ ਦੂਜਾ ਬਚਨ ਕਰਦੇ ਆ ਦੋਹਿਤਾ ਬਾਣੀ ਕਾ ਬੋਹਿਤਾ, ਇਹ ਸਾਡਾ ਦੋਹਤਾ ਬਾਣੀ ਦਾ ਜਹਾਜ਼ ਰਚੇਗਾ, ਬਾਣੀ ਦਾ ਜਹਾਜ਼ ਬਣਾਵੇਗਾ। ਉਹ ਬਚਪਨ ਦੇ ਵਿੱਚ ਹੀ ਆਪ ਜੀ ਨੂੰ ਵਰਦਾਨ ਪ੍ਰਾਪਤ ਹੋਏ। ਫਿਰ ਸਮੇਂ ਨਾਲ ਆਪ ਜੀ ਨੇ ਬਾਣੀ ਦਾ ਜਹਾਜ਼ ਰਚਿਆ ਵੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 7 ਸਾਲ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਿਆਈ ਕੀਤੀ। 1631 ਦੇ ਵਿੱਚ ਚੌਥੇ ਪਾਤਸ਼ਾਹ ਜੀ ਨੂੰ ਗੁਰਿਆਈ ਦੇ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚਖੰਡ ਪਿਆਨਾ ਕਰ ਜਾਂਦੇ, ਤੇ ਬਿਕਰਮੀ ਸੰਮਤ 1631 ਤੋਂ ਲੈ ਕਰਕੇ 1638 ਤੱਕ 7 ਸਾਲ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰਿਆਈ ਕਰਦੇ। 1638 ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਬਖਸ਼ਿਸ਼ ਕਰਦੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ।
ਫਿਰ ਆਪ ਜੀ ਨੇ ਸਾਧ ਸੰਗਤ ਜੀ ਬਿਕਰਮੀ ਸੰਮਤ 1638 ਤੋਂ ਲੈ ਕਰਕੇ ਤੇ 1663 ਬਿਕਰਮੀ ਸੰਮਤ ਤੱਕ ਗੁਰਿਆਈ ਕੀਤੀ। ਪਾਵਨ ਸਰੀਰ ਵਿੱਚ ਵਿਚਰਦਿਆਂ 30 ਰਾਗਾਂ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ ਉਚਾਰਨ ਕੀਤੀ। ਸਮੇਂ ਦੇ ਨਾਲ ਗਰੀਬ ਨਵਾਜ ਸਾਹਿਬ ਜੀ ਨੇ ਸੰਤੋਖਸਰ ਸਾਹਿਬ ਸਰੋਵਰ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਨੂੰ, ਜਿਨ੍ਹਾਂ ਦੀ ਸੇਵਾ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਆਰੰਭ ਕੀਤੀ ਸੀ, ਸੰਪੂਰਨ ਕਰਵਾਈ। ਸਰੋਵਰ ਸਾਹਿਬਾਂ ਨੂੰ ਪਰਿਕਰਮਾ ਪੱਕੀ ਕਰਵਾਈ, ਪੌੜੀਆਂ ਪੱਕੀਆਂ ਕਰਵਾਈਆਂ। ਤੇ ਫਿਰ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਰਚਨਾ ਕਰਨ ਬਾਰੇ ਆਗਿਆ ਕੀਤੀ ਸੀ ਕਿ ਸਾਡੀ ਸੇਵਾ ਸਮਝ ਕਰਕੇ ਸੇਵਾ ਕਰਨੀ। ਤਾਂ ਆਪ ਜੀ ਨੇ ਜੋ ਇਹ ਮਾਘੀ ਦਾ ਦਿਹਾੜਾ ਲੰਘਿਆ ਹੈ, ਇਸ ਦਿਨ ਦਰਬਾਰ ਸਾਹਿਬ ਦੀ ਨੀਂਹ ਰੱਖੀ ਗਰੀਬ ਨਵਾਜ ਸਾਹਿਬ ਜੀ ਨੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕਰਵਾਈ। ਉਹ ਪਾਵਨ ਪਵਿੱਤਰ ਸਰੋਵਰ ਸਾਹਿਬ, ਜਿਹੜਾ ਸਰੋਵਰ ਸਾਹਿਬ ਸਾਧ ਸੰਗਤ ਜੀ, ਇਹ ਦਰਬਾਰ ਸਾਹਿਬ ਵਾਲਾ ਪਵਿੱਤਰ ਸਰੋਵਰ 500 ਫੁੱਟ ਇਹਦੀ ਲੰਬਾਈ ਹੈ ਤੇ 490 ਫੁੱਟ ਚੌੜਾਈ ਹੈ ਪਾਵਨ ਸਰੋਵਰ ਸਾਹਿਬ, ਔਰ 17 ਫੁੱਟ ਡੂੰਘਾ ਹੈ, 17 ਫੁੱਟ ਡੂੰਘਾਈ ਹੈ। ਤੇ ਜੋ ਦਰਬਾਰ ਸਾਹਿਬ ਤੋਂ ਲੈ ਕਰਕੇ ਦਰਸ਼ਨੀ ਡਿਉੜੀ ਤੀਕ ਪੁੱਲ ਜਾਂਦਾ ਹੈ ਨਾ, ਦਰਸ਼ਨੀ ਡਿਉੜੀ ਤੋਂ ਲੈ ਕਰਕੇ ਦਰਬਾਰ ਸਾਹਿਬ ਤੱਕ 240 ਫੁੱਟ ਲੰਮਾ ਹੈ, 21 ਫੁੱਟ ਚੌੜਾ। ਉਹਦੇ ਹੇਠਾਂ ਪੁੱਲ ਦੇ 38 ਸਵਰਗ ਦੁਆਰੀਆਂ ਹਨ, ਜੋ ਇਧਰੋਂ ਉਧਰੋਂ ਜੋ ਅੰਮ੍ਰਿਤ ਜਲ ਦੇ ਨਿਕਾਸ ਵਾਸਤੇ ਜਲ ਇਧਰ ਉਧਰ ਜਾਂਦਾ ਹੈ ਨਾ ਹੇਠਾਂ, ਉਹ 38 ਸਵਰਗ ਦੁਆਰੀਆਂ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸਾ ਪਾਵਨ ਐਨ ਸਰੋਵਰ ਸਾਹਿਬ ਦੇ ਮੱਧ ਭਾਗ ਦੇ ਵਿੱਚ ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ, ਸ੍ਰੀ ਦਰਬਾਰ ਸਾਹਿਬ ਦੀ ਰਚਨਾ ਕਰਵਾਈ। ਜਿਸ ਵਰਗਾ ਸਾਰੀ ਦੁਨੀਆ ਦੇ ਵਿੱਚ, ਸਾਰੀ ਸ੍ਰਿਸ਼ਟੀ ਦੇ ਵਿੱਚ ਹੀ ਥਾਂ ਨਹੀਂ ਹੈ। ਇਤਿਹਾਸ ਵਿੱਚ ਤਾਂ ਲਿਖਿਆ ਹੀ ਹੈ ਬਚਨ, ਪਰ ਧੁਰ ਕੀ ਬਾਣੀ ਵਿੱਚ ਮਹਾਰਾਜ ਨੇ ਇਹ ਬਚਨ ਕਹੇ ਹਨ। ਗਰੀਬ ਨਵਾਜ ਕਹਿੰਦੇ ਡਿੱਠੇ ਸਭੇ ਥਾਂ, ਅਸੀਂ ਸਾਰੇ ਥਾਂ ਵੇਖੇ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਪਰ ਸ੍ਰੀ ਦਰਬਾਰ ਸਾਹਿਬ ਵਰਗਾ ਕੋਈ ਥਾਂ ਨਹੀਂ ਹੈ। ਉਹ ਬੱਧੋ ਪੁਰਖ ਵਿਧਾਤ ਹੈ, ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ, ਅਨੂਪ ਰਾਮਦਾਸ ਪੁਰ ਹਰਹਾ ਨਾਨਕ ਕਸਮਲ ਜਾਹੇ, ਨਾਇਐ ਰਾਮਦਾਸ ਸਾਰ। ਉਹ ਸਾਰੇ ਅਸਥਾਨ ਪੂਜਣ ਯੋਗ ਹਨ ਜਿੱਥੇ ਜਿੱਥੇ ਗੁਰੂ ਸਾਹਿਬਾਂ ਨੇ ਆਪਣੇ ਚਰਨ ਪਾਏ, ਕੋਈ ਕੌਤਕ ਕੀਤਾ। ਸਾਰੇ ਹੀ ਅਸਥਾਨ ਸਾਧ ਸੰਗਤ ਜੀ ਸਤਿਕਾਰਯੋਗ ਹਨ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਪਰ ਸ੍ਰੀ ਦਰਬਾਰ ਸਾਹਿਬ ਦੀ ਰਚਨਾ ਗੁਰੂ ਸਾਹਿਬ ਜੀ ਨੇ ਆਪ ਕਰਵਾਈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ। ਇਸੇ ਤਰ੍ਹਾਂ ਸ੍ਰੀ ਰਾਮਸਰ ਸਾਹਿਬ ਸਰੋਵਰ ਦੀ ਰਚਨਾ ਕਰਵਾਈ। ਉਹਦੇ ਕੰਢੇ ਤੇ ਬੈਠ ਕਰਕੇ ਭਾਈ ਗੁਰਦਾਸ ਸਾਹਿਬ ਜੀ ਤੋਂ ਸਾਰੀ ਬਾਣੀ ਆਪ ਜੀ ਨੇ ਲਿਖਵਾਈ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਰਾਗਮਾਲਾ ਦੀ ਸਮਾਪਤੀ ਤੱਕ, ਔਰ 30 ਰਾਗਾਂ ਵਿੱਚ ਮਹਾਰਾਜ ਨੇ ਬਾਣੀ ਗਰੀਬ ਨਵਾਜ ਨੇ ਲਿਖਵਾਈ। ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ ਤੱਕ। 31ਵਾਂ ਰਾਗ ਜਿਹੜਾ ਹੈ ਉਹ ਨਾਵੇਂ ਪਾਤਸ਼ਾਹੀ ਦੀ ਬਾਣੀ ਹੈ, ਉਹ 10ਵੇਂ ਪਾਤਸ਼ਾਹ ਜੀ ਨੇ ਚੜਾਈ ਹੈ। ਤੋ ਐਸੇ ਗਰੀਬ ਨਵਾਜ ਸਤਿਗੁਰੂ ਮਹਾਨ ਪਰਉਪਕਾਰੀ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਫਿਰ 1647 ਦੇ ਵਿੱਚ ਗੁਰੂ ਘਰ ਦੇ ਸਾਰੇ ਸਰੋਵਰ ਸਾਹਿਬਾਂ ਨਾਲੋਂ ਵੱਡਾ ਸਰੋਵਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਦੀ ਰਚਨਾ ਕਰਵਾਈ। ਔਰ 1650 ਬਿਕਰਮੀ ਸੰਮਤ ਦੇ ਵਿੱਚ ਐਸ ਆਪਣੇ ਇਲਾਕੇ ਦੇ ਵਿੱਚ ਦੁਆਬੇ ਦੇ ਵਿੱਚ ਗਰੀਬ ਨਵਾਜ ਨੇ ਸ੍ਰੀ ਕਰਤਾਰਪੁਰ ਸਾਹਿਬ ਨਗਰ ਵਸਾਇਆ। ਔਰ ਮਹਾਨ ਹੀ ਆਪ ਜੀ ਨੇ ਪਰਉਪਕਾਰ ਕੀਤੇ, ਜੀਵਾਂ ਦੀ ਕਲਿਆਣ ਕੀਤੀ, ਤੇ ਅੱਜ ਵੀ ਸਤਿਗੁਰੂ ਜੀ ਕਰ ਰਹੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਬਾਬਤ ਭੱਟ ਸਾਹਿਬਾਨ ਕਹਿੰਦੇ ਹਨ
ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ ਭਨ ਮਥੁਰਾ ਕਛ ਭੇਦ ਨਹੀਂ ਗੋਰੇ ਅਰਜੁਨ ਪ੍ਰਤੱਖ ਹਾਰ। ਪ੍ਰਤੱਖ ਪਰਮੇਸ਼ਵਰ ਦਾ ਸਰੂਪ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਰਾਮਕਲੀ ਰਾਗ ਦੇ ਅੰਦਰ ਉਚਾਰਨ ਕਰਦੇ ਹਨ। ਸਲੋਕ ਸਿੱਖੋ ਸ਼ਬਦ ਪਿਆਰੇ ਹੋ। ਗਰੀਬ ਨਵਾਜ ਸ਼ਲੋਕ ਉਚਾਰਨ ਕਰਦੇ ਹਨ। ਜਿਸ ਦੇ ਜਪ ਦੁਆਰਾ, ਜਿਸ ਨੂੰ ਸਰਵਣ ਮੰਨਣ ਤੇ ਨਿਧਿਆਸਨ ਦੁਆਰਾ ਸਾ ਲੋਕ, ਉਸ ਲੋਕ ਦੀ ਪ੍ਰਾਪਤੀ ਹੁੰਦੀ ਹੈ ਜਿਸ ਲੋਕ ਦੇ ਵਿੱਚੋਂ ਇਹ ਬਾਣੀ ਆਈ ਹੈ। ਇਹ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਧੁਰ ਤੋਂ ਆਈ ਹੋਈ ਬਾਣੀ ਹੈ, ਸੱਚਖੰਡ ਵਿੱਚੋਂ ਆਈ ਹੋਈ ਬਾਣੀ ਹੈ, ਵਾਹਿਗੁਰੂ ਦੇ ਦੇਸ਼ ਵਿੱਚੋਂ ਆਈ ਹੋਈ ਬਾਣੀ ਹੈ। ਤੇ ਜਿਹੜਾ ਇਸ ਬਾਣੀ ਨਾਲ ਜੁੜਦਾ ਹੈ, ਜਿਸ ਦੇਸ਼ ਵਿੱਚੋਂ ਇਹ ਬਾਣੀ ਆਈ ਹੈ, ਉਸੇ ਦੇਸ਼ ਵਿੱਚ ਬਾਣੀ ਦੇ ਨਾਲ ਜੁੜਨ ਵਾਲੇ ਨੂੰ ਬਾਣੀ ਲੈ ਜਾਂਦੀ ਹੈ। ਮਹਾਰਾਜ ਸਾਹਿਬ ਜੀ ਸ਼ਲੋਕ ਉਚਾਰਨ ਕਰਦੇ ਹਨ। ਸਿੱਖੋ ਸ਼ਬਦ ਪਿਆਰੇ ਹੋ, ਕਿ ਹੇ ਸਿੱਖੋ, ਗੁਰੂ ਕੇ ਪਿਆਰੀ ਸਿੱਖਿਆ ਤੇ ਚੱਲਣ ਵਾਲਿਓ, ਸਿੱਖੋ ਸ਼ਬਦ ਨੂੰ ਸਿੱਖਣਾ ਕਰੋ। ਜੋ ਗੁਰੂ ਦਾ ਸ਼ਬਦ ਹੈ ਨਾ, ਉਪਦੇਸ਼, ਸ਼ਬਦ ਨੂੰ ਸਿੱਖੋ, ਸ਼ਬਦ ਦੇ ਨਾਲ ਪ੍ਰੇਮ ਕਰੋ। ਪਿਆਰੇ ਹੋ, ਗੁਰੂ ਕੇ ਪਿਆਰਿਓ, ਸਿੱਖੋ, ਸ਼ਬਦ ਨੂੰ ਸਿੱਖੋ ਤੇ ਸ਼ਬਦ ਦੇ ਨਾਲ ਪਿਆਰ ਕਰਨਾ ਕਰੋ। ਜੀਵ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਦਾ ਹੈ, ਬਹੁਤ ਵਿਦਿਆ ਸਿੱਖਦਾ ਹੈ, ਕਈ ਤਰ੍ਹਾਂ ਦੀ ਪੜ੍ਹਾਈ ਸਿੱਖਦਾ ਹੈ, ਪੜ੍ਹਦਾ ਹੈ। ਪਰ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਵੀ ਗੁਰੂ ਕੇ ਪਿਆਰਿਓ ਸਿੱਖੋ, ਗੁਰੂ ਕੇ ਸਿੱਖ ਖਵਾਉਣ ਵਾਲਿਓ, ਗੁਰੂ ਕੇ ਸ਼ਬਦ ਨੂੰ ਵੀ ਸਿੱਖਣਾ ਕਰੋ, ਗੁਰੂ ਕੇ ਸ਼ਬਦ ਦੇ ਨਾਲ ਵੀ ਪਿਆਰ ਕਰਨਾ ਕਰੋ। ਜਨਮ ਮਰਨ ਕੀ ਟੇਕ, ਕਿਉਂਕਿ ਗੁਰੂ का ਸ਼ਬਦ ਜਨਮ ਤੇ ਮਰਨ ਦੀ ਟੇਕ ਹੈ। ਭਾਵ ਗੁਰੂ ਕੇ ਸ਼ਬਦ ਦੀ ਜਦੋਂ ਟੇਕ ਲਾਓਗੇ ਤੇ ਫਿਰ ਜੰਮਣਾ ਤੇ ਮਰਨਾ ਨਹੀਂ ਪਵੇਗਾ, ਫਿਰ ਜਨਮ ਤੇ ਮਰਨ ਤੋਂ ਰਹਿਤ ਹੋ ਜਾਓਗੇ, ਜਨਮ ਤੇ ਮਰਨ ਸਫਲਾ ਹੋ ਜਾਵੇਗਾ। ਕਿਉਂਕਿ ਗਰੀਬ ਨਵਾਜ ਨੇ ਅੰਮ੍ਰਿਤ ਬਾਣੀ ਦੇ ਅੰਦਰ ਫਰਮਾਇਆ ਕਿ ਜਨਮ ਵੀ ਸਫਲਾ ਹੋ ਸਕਦਾ ਹੈ ਤੇ ਮਰਨ ਵੀ ਸਫਲਾ ਹੋ ਸਕਦਾ ਹੈ, ਜਿਸ ਵੇਲੇ ਜੀਵ ਸ਼ਬਦ ਦੀ ਟੇਕ ਲਵੇ, ਜਿਸ ਵੇਲੇ ਸ਼ਬਦ ਦੇ ਨਾਲ ਪਿਆਰ ਕਰੇ। ਆਇਆ ਸਫਲ ਤਾਹੂ ਕਉ ਗਣੀਐ, ਜਾਸ ਰਸਨ ਹਰ ਹਰ ਜਸ ਬਣੀਐ। ਜਿਨ੍ਹਾਂ ਨੇ ਆਪਣੀ ਰਸਨਾ ਦੇ ਨਾਲ ਪ੍ਰਭੂ ਦੇ ਨਾਮ ਨੂੰ ਉਚਾਰਨ ਕੀਤਾ, ਉਹਨਾਂ ਦਾ ਜਨਮ ਸਫਲਾ ਹੋ ਗਿਆ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲਾ ਹੋ ਗਿਆ, ਰਹਿਣਾ ਵੀ ਸਫਲਾ ਤੇ ਉਹਨਾਂ ਦਾ ਜਾਣਾ ਵੀ ਸਫਲਾ। ਉਹਨਾਂ ਦੇ ਜਾਣ ਨੂੰ ਵੀ ਆਖਿਆ ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ ਸੱਚੀ ਦਰਗਹਿ ਜਾਏ, ਸੱਚਾ ਪੇੜ ਮੱਲਿਆ। ਜਿਨ੍ਹਾਂ ਨੇ ਸ਼ਬਦ ਦੇ ਨਾਲ ਪਿਆਰ ਕੀਤਾ, ਜਿਨ੍ਹਾਂ ਨੇ ਸ਼ਬਦ ਨੂੰ ਸਿੱਖਿਆ, ਕਿਉਂਕਿ ਸ਼ਬਦ ਜਨਮ ਤੇ ਮਰਨ ਦੀ ਟੇਕ ਹੈ, ਜਨਮ ਤੇ ਮਰਨ ਦਾ ਆਸਰਾ ਹੈ, ਜਨਮ ਤੇ ਮਰਨ ਨੂੰ ਸਫਲਾ ਕਰਨ ਵਾਲਾ। ਕਿਉਂਕਿ ਸਤਿਗੁਰਾਂ ਨੇ ਆਖਿਆ ਆਪਣੇ ਜਨਮ ਨੂੰ ਵੀ ਸਫਲਾ ਕਰ, ਸਵਾਰਨਾ ਕਰ, ਤੇ ਆਪਣੇ ਮਰਨ ਨੂੰ ਵੀ ਸਵਾਰਨਾ ਕਰ। ਗਰੀਬ ਨਵਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਇਹ ਫਰਮਾਇਆ, ਜਿਨ੍ਹਾਂ ਨੇ ਜਨਮ ਲੈ ਕਰਕੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕੀਤਾ, ਸਤਿਗੁਰੂ ਕਹਿੰਦੇ ਉਹਨਾਂ ਨੇ ਆਪਣੇ ਜਨਮ ਨੂੰ ਹੀ ਨਿਸਫਲ ਕਰ ਲਿਆ, ਗਵਾ ਲਿਆ ਆਪਣੇ ਜਨਮ ਨੂੰ। ਇਹ ਜਨਮ ਸਿਰਫ ਖਾਣ ਵਾਸਤੇ, ਪੀਣ ਵਾਸਤੇ, ਪਹਿਨਣ ਵਾਸਤੇ ਤੇ ਭੋਗਣ ਵਾਸਤੇ ਹੀ ਨਹੀਂ ਮਿਲਿਆ, ਇਹ ਜਨਮ ਤੇ ਸ਼ਬਦ ਨਾਲ ਪਿਆਰ ਕਰਨ ਵਾਸਤੇ ਮਿਲਿਆ। ਇਹ ਜਨਮ ਤੇ ਸ਼ਬਦ ਨੂੰ ਸਿੱਖਣ ਵਾਸਤੇ ਮਿਲਿਆ। ਸ਼ਬਦ ਨਾਮ ਗੁਰੂ ਕੇ ਉਪਦੇਸ਼ ਦਾ ਹੈ, ਸ਼ਬਦ ਨਾਮ ਗੁਰੂ ਕੇ ਬਖਸ਼ੇ ਹੋਏ ਨਾਮ ਦਾ ਹੈ,
ਤੇ ਸ਼ਬਦ ਨਾਮ ਪਰਮੇਸ਼ਵਰ ਵਾਹਿਗੁਰੂ ਦਾ ਹੈ। ਸ਼ਬਦ ਦੇ ਪ੍ਰਕਰਨ ਅਨੁਸਾਰ ਇਹ ਕਈ ਅਰਥ ਹਨ। ਗੁਰੂ ਕੇ ਨਾਮ ਨੂੰ ਵੀ ਸ਼ਬਦ ਕਿਹਾ ਜਾਂਦਾ ਹੈ, ਉਪਦੇਸ਼ ਨੂੰ ਵੀ ਸ਼ਬਦ ਕਿਹਾ ਜਾਂਦਾ ਹੈ, ਤੇ ਜਿਸ ਉਪਦੇਸ਼ ਦੇ ਰਾਹੀਂ ਜਿਸ ਵਾਹਿਗੁਰੂ ਪਰਮੇਸ਼ਵਰ ਦੇ ਨਾਲ ਜੀਵ ਨੇ ਜੁੜਨਾ ਹੈ, ਉਹ ਪ੍ਰਭੂ ਨੂੰ ਵੀ ਸ਼ਬਦ ਆਖਿਆ। ਸਿੱਧਾ ਨੇ ਪੁੱਛਿਆ ਸੀ ਬਾਬਾ ਜੀ ਨੂੰ, ਜਾਂ ਹਰ ਪੀਰ ਜਗਤ ਗੁਰੂ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ, ਕਿ ਆਪ ਜੀ ਦਾ ਗੁਰੂ ਕੌਣ ਹੈ? ਤੇ ਮਹਾਰਾਜ ਨੇ ਆਖਿਆ, ਸਾਡਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਾਡਾ ਗੁਰੂ ਅਕਾਲ ਪੁਰਖ ਵਾਹਿਗੁਰੂ ਹੈ। ਕਲਗੀਧਰ ਪਾਤਸ਼ਾਹ ਜੀ ਨੇ ਵੀ ਫਰਮਾਇਆ ਕਿ ਜੋ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਹੈ ਤੇ ਸ੍ਰਿਸ਼ਟੀ ਦੇ ਖਾਤਮੇ ਤੋਂ ਬਾਅਦ ਵੀ ਹੈ, ਉਹ ਸਾਡਾ ਗੁਰੂ ਹੈ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਆ ਹੋ ਹਮਾਰਾ। ਉਸ ਗੁਰੂ ਦਾ ਨਾ ਆਦ ਹੈ ਨਾ ਅੰਤ ਹੈ। ਆਦ ਉਹਦੇ ਹੁਕਮ ਦੇ ਨਾਲ ਰਚਨਾ ਦਾ ਹੈ, ਕਿਰਤ ਦਾ ਹੈ, ਕਰਤੇ ਦਾ ਆਦ ਨਹੀਂ ਹੈ। ਉਹ ਕਰਤੇ ਦੇ ਹੁਕਮ ਦੇ ਵਿੱਚ ਉਹਦੀ ਕਿਰਤ ਦਾ ਅੰਤ ਵੀ ਹੈ, ਪਰ ਉਹ ਤੇ ਸਦਾ ਸਲਾਮਤ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਆਦ ਮੱਧ ਤੇ ਅੰਤ ਉਹਦੀ ਰਚਨਾ ਦਾ ਹੈ, ਉਹ ਵੀ ਉਹਦੇ ਹੁਕਮ ਦੇ ਵਿੱਚ ਹੁੰਦਾ, ਪਰ ਉਹ ਸਾਰੇ ਸਮਿਆਂ ਵਿੱਚ ਪੂਰਨ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤਰ ਰਮਣ, ਨਾਨਕ ਅਗਨਾਸਨ ਜਗਦੀਸ਼ਰ ਹੈ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਆ ਹੋ ਹਮਾਰਾ। ਮਹਾਰਾਜ ਕਹਿੰਦੇ ਸਾਡਾ ਉਹ ਗੁਰੂ ਹੈ, ਸ਼ਬਦ ਗੁਰੂ ਹੈ। ਗਰੀਬ ਨਵਾਜ ਕਹਿੰਦੇ ਵੀ ਇਹ ਮਾਨਸ ਦੇਹੀ ਸ਼ਬਦ ਨਾਲ ਜੁੜਨ ਵਾਸਤੇ, ਸ਼ਬਦ ਦੀ ਟੇਕ ਲੈਣ ਵਾਸਤੇ ਪ੍ਰਾਪਤ ਹੋਈ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਤੇ ਸ਼ਬਦ ਹੀ ਜਨਮ ਤੇ ਮਰਨ ਦੀ ਟੇਕ ਹੈ। ਜਿਨ੍ਹਾਂ ਨੇ ਮਾਨਸ ਜਨਮ ਧਾਰਨ ਕਰਕੇ, ਗਰੀਬ ਨਵਾਜ ਕਹਿੰਦੇ, ਸ਼ਬਦ ਨੂੰ ਪ੍ਰਾਪਤ ਨਹੀਂ ਕੀਤਾ, ਸ਼ਬਦ ਦੀ ਅਰਾਧਨਾ ਨਹੀਂ ਕੀਤੀ, ਸ਼ਬਦ ਨਾਲ ਨਹੀਂ ਜੁੜੇ। ਚੌਥੇ ਪਾਤਸ਼ਾਹ ਨੇ ਤੇ ਕਹਿ ਦਿੱਤਾ ਵੀ ਸੰਸਾਰ ਵਿੱਚ ਆਏ ਕਾਦੇ ਵਾਸਤੇ। ਆਸਾ ਦੀ ਵਾਰ ਦੇ ਵਿੱਚ ਰੋਜ਼ ਗੁਰੂ ਘਰ ਦੇ ਕੀਰਤਨੀਏ ਉਹ ਬਚਨ ਸੁਣਾਉਂਦੇ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਾਗੇ ਆਏ RAM ਰਾਜੇ। ਜਿਨ੍ਹਾਂ ਨੇ ਐਸੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਹੀ ਨਹੀਂ ਕੀਤਾ, ਜੋ ਜਨਮ ਤੇ ਮਰਨ ਦੀ ਟੇਕ ਹੈ, ਆਸਰਾ ਹੈ, ਜਿਸ ਦੀ ਟੇਕ ਲੈ ਕਰਕੇ ਜਨਮ ਵੀ ਸਫਲਾ ਹੋਣਾ, ਮਰਨ ਵੀ ਸਫਲਾ ਹੋਣਾ, ਮਰਨਾ ਵੀ ਸੌਰ ਜਾਣਾ। ਤੇ ਮਹਾਰਾਜ ਕਹਿੰਦੇ ਉਸ ਨਾਮ ਨੂੰ ਭੁਲਾ ਕਰਕੇ ਫਿਰ ਜੀਵ ਕਾਹਦੇ ਵਾਸਤੇ ਸੰਸਾਰ ਵਿੱਚ ਆਏ। ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਾਗੇ ਆਏ RAM ਰਾਜੇ। ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੈ ਦੁਰਲੱਭ ਮਾਨਸ ਜਨਮ, ਪਰ ਨਾਮ ਤੋਂ ਬਿਨਾ ਸਾਰਾ ਵਿਅਰਥ ਜਾ ਰਿਹਾ। ਹੁਣ ਵੱਤੈ ਹਰ ਨਾਮ ਨਾ ਬੀਜਿਓ। ਮਾਰੇ ਕਹਿੰਦੇ ਮਾਨਸ ਜਨਮ ਦਾ ਸਮਾਂ ਹੀ ਵੱਤਰ ਹੈ। ਜ਼ਮੀਨ ਵਿੱਚ ਵੱਤਰ ਹੋਵੇ ਤੇ ਬੀਜ ਉਦੋਂ ਹੀ ਬੀਜਿਆ ਜਾਵੇ ਤੇ ਤਾਂ ਹੀ ਉੱਗਦਾ। ਇਹ ਮਾਨਸ ਜਨਮ ਇੱਕ ਵੱਤਰ ਮਿਲਿਆ ਹੈ, ਸਮਾਂ ਮਿਲਿਆ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨ ਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਆਖਿਆ ਮਨਮੁਖ ਜੀਵਾਂ ਦਾ ਜਨਮ ਨਿਸਫਲ ਚਲੇ ਗਿਆ। ਸਵਾਸ ਪੂਰੇ ਹੋ ਗਏ ਤੇ ਗੁਰੂ ਜੀ ਨੇ ਕਹਿ ਦਿੱਤਾ ਮਰਨ ਵੀ ਨਿਸਫਲ ਹੀ ਚਲੇ ਗਿਆ। ਮਰਨ ਵੀ ਵਿਗਾੜ ਹੀ ਲਿਆ, ਸਵਾਰਿਆ ਨਹੀਂ। ਮਨਮੁਖ ਮਰ ਹੈ
ਮਾਰ ਮਰਨ ਵਿਗਾੜ ਹੈ। ਜਿਨ੍ਹਾਂ ਨੇ ਟੇਕ ਲੈ ਲਈ ਸ਼ਬਦ ਦੀ, ਉਹਨਾਂ ਦਾ ਜਨਮ ਵੀ ਸਫਲਾ ਹੋ ਗਿਆ, ਉਹਨਾਂ ਦਾ ਰਹਿਣਾ ਵੀ ਸਫਲਾ ਹੋ ਗਿਆ ਤੇ ਉਹਨਾਂ ਦਾ ਜਾਣਾ ਵੀ ਸਫਲਾ ਹੋ ਗਿਆ, ਜਿਨ੍ਹਾਂ ਨੇ ਸ਼ਬਦ ਦੀ ਟੇਕ ਲਈ। ਇਸ ਕਰਕੇ ਗਰੀਬ ਨਵਾਜ ਕਹਿੰਦੇ, ਧਰ ਜੀ ਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਇਹ ਗੁਰੂ ਕੇ ਪਿਆਰਿਓ ਸਿੱਖੋ, ਸ਼ਬਦ ਨੂੰ ਸਿੱਖਣਾ ਕਰੋ, ਸ਼ਬਦ ਦੇ ਨਾਲ ਪਿਆਰ ਕਰਨਾ ਕਰੋ, ਕਿਉਂਕਿ ਸ਼ਬਦ ਹੀ ਜਨਮ ਤੇ ਮਰਨ ਦਾ ਆਸਰਾ ਹੈ। ਸੋ ਜਦੋਂ ਸ਼ਬਦ ਦੀ ਟੇਕ ਲਈ ਤਾਂ ਜਨਮ ਤੇ ਮਰਨ ਇਹ ਸੌਰ ਜਾਵੇਗਾ, ਫਿਰ ਦੁਬਾਰਾ ਜੰਮਣਾ ਤੇ ਮਰਨਾ ਨਹੀਂ ਪਵੇਗਾ। ਮੁਖ ਉਜਲ ਸਦਾ ਸੁਖੀ। ਸ਼ਬਦ ਦੀ ਟੇਕ ਲੈ ਕਰਕੇ ਕੀ ਪ੍ਰਾਪਤੀ ਹੋਵੇਗੀ? ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਮੁਖ ਉਜਲਾ ਹੋ ਜਾਵੇਗਾ, ਮੁਖ ਉਜਲਾ ਹੋ ਜਾਵੇਗਾ। ਕਿਹਨਾਂ ਦਾ ਮੁਖ ਉਜਲਾ ਹੁੰਦਾ? ਜਿਨ੍ਹਾਂ ਨੇ ਨਾਮ ਧਿਆਇਆ, ਜਿਨ੍ਹਾਂ ਨੇ ਸ਼ਬਦ ਦੀ ਟੇਕ ਲਈ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਦੇ ਮੁਖ ਉਜਲੇ ਹੋਏ ਤੇ ਕਿਤਨੀ ਸ੍ਰਿਸ਼ਟੀ ਉਹਨਾਂ ਦੇ ਨਾਲ ਸੰਗਤ ਕਰਕੇ ਨਾਮ ਜਪ ਕੇ ਵਕਾਰਾਂ ਤੋਂ, ਔਗੁਣਾਂ ਤੋਂ, ਪਾਪਾਂ ਤੋਂ ਛੁਟਕਾਰਾ ਪਾ ਗਈ। ਕੇਤੀ ਛੁੱਟੀ ਨਾਲ ਕਿੰਨੀ ਸ੍ਰਿਸ਼ਟੀ ਦੀ ਹੋਰ ਨਾਲ ਕਲਿਆਣ ਹੋ ਗਈ, ਕਿਤਨੀ ਸ੍ਰਿਸ਼ਟੀ ਛੁੱਟ ਗਈ ਬੰਧਨਾਂ ਤੋਂ ਉਹਨਾਂ ਦੀ ਸੰਗਤ ਕਰਕੇ। ਮੁਖ ਉਜਲ, ਮੁਖ ਉਜਲਾ ਹੋ ਜਾਂਦਾ ਹੈ ਗੁਰੂ ਕੇ ਸ਼ਬਦ ਦੇ ਨਾਲ ਜੁੜ ਕਰਕੇ। ਸਦਾ ਸੁਖੀ ਤੇ ਸਦਾ ਵਾਸਤੇ ਸੁਖੀ ਹੋ ਜਾਈਦਾ, ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ, ਆਤਮਿਕ ਸੁਖ ਪ੍ਰਾਪਤ ਹੋ ਜਾਂਦਾ ਹੈ। ਨਾਨਕ ਸਿਮਰਤ ਏਕ। ਮਹਾਰਾਜ ਕਹਿੰਦੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਸਿਮਰਤ ਏਕ, ਇੱਕ ਨੂੰ ਸਿਮਰਦਿਆਂ। ਜਦੋਂ ਇੱਕ ਓੰਕਾਰ ਸਤਿਨਾਮ, ਉਸ ਇੱਕ ਨੂੰ ਸਿਮਰਾਂਗੇ, ਇੱਕ ਪ੍ਰਭੂ ਦੇ ਯਾਦ ਵਿੱਚ ਜੁੜਾਂਗੇ, ਇੱਕ ਦਾ ਸਿਮਰਨ ਕਰਾਂਗੇ, ਇੱਕ ਨੂੰ ਸਿਮਰਦਿਆਂ ਫਿਰ ਮੁਖ ਉਜਲਾ ਹੋ ਜਾਂਦਾ ਤੇ ਸਦਾ ਵਾਸਤੇ ਜੀਵ ਸੁਖੀ ਹੋ ਜਾਂਦਾ। ਸਤਿਗੁਰੂ ਕਹਿੰਦੇ, ਭਾਈ ਇੱਕ ਨਾਲ ਜੋੜ, ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਇੱਕ ਨੂੰ ਜਪ, ਇੱਕ ਦੀ ਸਿਫਤ ਕਰ, ਇੱਕ ਨੂੰ ਆਪਣੇ ਮਨ ਵਿੱਚ ਵਸਾ, ਇੱਕ ਦੀ ਆਰਾਧਨਾ ਕਰ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਅਨਕ ਵਿਸਥਾਰ ਏਕ ਤੇ ਭਏ, ਏਕ ਆਰਾਧ ਪ੍ਰਾਸ਼ਤ ਗਏ। ਸਤਿਗੁਰੂ ਕਹਿੰਦੇ, ਉਸ ਇੱਕ ਦੀ ਆਰਾਧਨਾ ਕਰ, ਜਿਸ ਇੱਕ ਤੋਂ ਅਨੇਕਾਂ ਤਰ੍ਹਾਂ ਦਾ ਵਿਸਥਾਰ ਹੋਇਆ। ਉਸ ਇੱਕ ਨੇ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨੇ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਬਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿ ਨ ਰਜਾਈ। ਉਸ ਇੱਕ ਨੂੰ ਸਿਮਰ, ਜਿਸ ਇੱਕ ਤੋਂ ਸਾਰੀ ਸ੍ਰਿਸ਼ਟੀ ਦਾ ਵਿਸਥਾਰ ਹੋਇਆ। ਅਨਕ ਵਿਸਥਾਰ ਏਕ ਤੇ ਭਏ, ਏਕ ਆਰਾਧ ਪ੍ਰਾਸ਼ਤ ਗਏ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਪਰ ਨਾਲ ਹੀ ਕਹਿ ਦਿੱਤਾ ਵੀ ਗੁਰੂ ਕੀ ਕਿਰਪਾ ਨਾਲ ਇੱਕ ਜਾਣਿਆ ਜਾਂਦਾ ਹੈ। गुरु का उपदेश सुनेगा, गुरु का उपदेश मनेगा, गुरु के उपदेश ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੇਗਾ, ਤਾਂ ਉਸ ਇੱਕ ਦੀ ਸਮਝ ਪਵੇਗੀ ਵੀ ਇੱਕ ਕੀ ਹੈ। ਫਿਰ ਪਤਾ ਲੱਗੇਗਾ ਵੀ ਉਹ ਇੱਕ ਹੋ ਕਰਕੇ ਸਾਰੀ ਅਨੇਕਤਾ ਦੇ ਵਿੱਚ ਵਿਆਪਕ ਹੋ ਰਿਹਾ ਹੈ। ਸਭ ਮਹਿ ਜੋਤ
ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਕਿ ਉਸ ਇੱਕ ਦੇ ਪ੍ਰਕਾਸ਼ ਕਰਕੇ ਹੀ ਸਾਰੇ ਪਾਸੇ ਚਾਨਣ ਹੋ ਰਿਹਾ ਹੈ। ਸੂਰਜ ਦੇ ਵਿੱਚ ਵੀ ਉਹਦਾ ਹੀ ਚਾਨਣਾ, ਚੰਦਰਮਾ ਦੇ ਵਿੱਚ ਵੀ ਉਸੇ ਦਾ ਹੀ ਚਾਨਣਾ, ਤਾਰਿਆਂ ਦੇ ਵਿੱਚ ਵੀ ਉਸੇ ਦਾ ਹੀ ਚਾਨਣਾ, ਇੱਕ ਇੱਕ ਸਰੀਰ ਦੇ ਵਿੱਚ ਵੀ ਉਸੇ ਦਾ ਹੀ ਚਾਨਣਾ। ਅੱਖਾਂ ਵੇਖ ਰਹੀਆਂ, ਅੱਖਾਂ ਵਿੱਚ ਉਸੇ ਦਾ ਹੀ ਪ੍ਰਕਾਸ਼ ਹੈ। ਕੰਨ ਸੁਣ ਰਹੇ ਆ, ਉਸੇ ਦੀ ਸ਼ਕਤੀ ਕਰਕੇ ਸੁਣ ਰਹੇ ਆ। ਰਸਨਾ ਬੋਲ ਰਹੀ ਹੈ ਤੇ ਉਸ ਪ੍ਰਭੂ ਦੀ ਚੇਤਨ ਸੱਤਾ ਕਰਕੇ ਹੀ ਬੋਲ ਰਹੀ ਹੈ। ਹੱਥ ਹਿੱਲ ਰਹੇ ਆ, ਪੈਰ ਚੱਲ ਰਹੇ ਆ, ਸਰੀਰ ਹਰਕਤ ਕਰਦਾ ਹੈ। ਇਹ ਸਾਰੇ ਅੰਦਰ ਬਾਹਰ ਦੀ ਕਿਰਿਆ ਉਸ ਇੱਕ ਦੇ ਕਰਕੇ ਹੀ ਹੋ ਰਹੀ ਹੈ। ਗਰੀਬ ਨਵਾਜ ਕਹਿੰਦੇ ਉਹਦੀ ਚੇਤਨ ਸੱਤਾ ਉਸੇ ਦੀ ਜੋਤ ਕਰਕੇ ਹੀ ਸਾਰੀ ਕਿਰਿਆ ਹੋ ਰਹੀ। ਉਹ ਇੱਕ ਏਡਾ ਵੱਡਾ ਹੈ, ਪਰ ਗੁਰੂ ਕੀ ਕਿਰਪਾ ਨਾਲ ਜਾਣਿਆ ਜਾਂਦਾ। ਜਦੋਂ ਉਸ ਇੱਕ ਦਾ ਸਿਮਰਨ ਕਰੀਏ, ਨਾਨਕ ਸਿਮਰਤ ਏਕ, ਇੱਕ ਨੂੰ ਸਿਮਰਦਿਆਂ ਫਿਰ ਮੁਖ ਉਜਲਾ ਹੋ ਜਾਂਦਾ ਹੈ ਤੇ ਸੁਖੀ ਹੋ ਜਾਈਦਾ ਹੈ, ਸਦਾ ਵਾਸਤੇ ਸੁਖੀ। ਇਹ ਲੋਕ ਵੀ ਸੁਖੀ ਹੋ ਜਾਂਦਾ ਹੈ ਤੇ ਪ੍ਰਲੋਕ ਵੀ ਸੁਖੀ ਹੋ ਜਾਂਦਾ। ਹਲਤ ਵਿੱਚ ਵੀ ਸੁੱਖ ਮਿਲਦਾ ਹੈ ਤੇ ਪਲਤ ਵਿੱਚ ਵੀ ਸੁੱਖ ਮਿਲਦਾ। ਪਰ ਕਦੋਂ? ਜਦੋਂ ਉਸ ਇੱਕ ਦਾ ਸਿਮਰਨ ਕਰੀਏ ਤਾਂ। ਹਲਤ ਸੁਖ ਪਲਤ ਸੁਖ, 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 ਨਿਤ ਸੁਖ ਨਿਤ ਸੁਖ, ਨਿਤ ਸੁਖ ਨਿਤ ਸੁਖ, ਨਿਤ ਸੁਖ ਨਿਤ ਸੁਖ, ਨਿਤ ਸੁਖ ਨਿਤ ਸੁਖ, ਹਲਤ ਸੁਖ ਪਲਤ ਸੁਖ, ਨਿਤ ਸੁਖ। ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਨਾਮ ਗੋਬਿੰਦ ਕਾ ਸਦਾ ਲੀਜੈ, ਨਾਮ ਗੋਬਿੰਦ ਕਾ ਸਦਾ ਲੀਜੈ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟਹਿ ਕਮਾਣੇ ਪਾਪ ਚਿਰਾਣੇ, ਮਿਟਹਿ ਕਮਾਣੇ ਪਾਪ ਚਿਰਾਣੇ, ਮਿਟਹਿ ਕਮਾਣੇ ਪਾਪ ਚਿਰਾਣੇ, ਮਿਟਹਿ ਕਮਾਣੇ ਪਾਪ ਚਿਰਾਣੇ। ਸਾਧ ਸੰਗਤ ਮਿਲ ਮੁਆਜੀ ਜੈ, ਸਾਧ ਸੰਗਤ ਮਿਲ ਮੁਆਜੀ ਜੈ, ਸਾਧ ਸੰਗਤ ਮਿਲ ਮੁਆਜੀ ਜੈ, ਸਾਧ ਸੰਗਤ ਮਿਲ ਮੁਆਜੀ ਜੈ। ਮਹਾਰਾਜ ਕਹਿੰਦੇ ਵੀ ਲੋਕ ਵਿੱਚ ਵੀ ਸੁੱਖ ਮਿਲੇਗਾ, ਪਰਲੋਕ ਵਿੱਚ ਵੀ ਸੁੱਖ ਮਿਲੇਗਾ। ਹਲਤ ਸੁਖ, ਹਲਤ ਕਹਿੰਦੇ ਲੋਕ ਨੂੰ, ਪਲਤ ਕਹਿੰਦੇ ਪਰਲੋਕ ਨੂੰ। ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨ ਨੂੰ। ਨਿਤਾ ਪ੍ਰਤੀ ਸੁਖ ਮਿਲੇਗਾ, ਪਰ ਜਦੋਂ ਸਿਮਰਨ ਕਰੇਗਾ ਤਾਂ। ਸਿਮਰਨ ਤੋਂ ਬਿਨਾਂ ਨਹੀਂ, ਸ਼ਬਦ ਦੀ ਆਰਾਧਨਾ ਤੋਂ ਬਿਨਾਂ ਨਹੀਂ। ਨਾਮ ਗੋਬਿੰਦ ਕਾ ਸਦਾ ਲੀਜੈ, ਇਸ ਕਰਕੇ ਗੋਬਿੰਦ ਦਾ ਨਾਮ ਸਦਾ ਵਾਸਤੇ ਲੈ ਭਾਈ, ਸਦਾ ਵਾਸਤੇ ਜਾ। ਜਦੋਂ ਨਾਮ ਜਪੇਗਾ ਫਿਰ ਪਿਛਲੇ ਪਾਪ ਤੇਰੇ ਕੱਟੇ ਜਾਣਗੇ। ਮਿਟਹਿ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਆ ਜੀਜੈ। ਸਾਧ ਸੰਗਤ ਵਿੱਚ ਮਿਲ ਕਰਕੇ ਤੂੰ ਮੋਇਆ ਹੋਇਆ ਜੀਵਦਾ ਹੋ ਜਾਵੇਂਗਾ, ਕਿਉਂਕਿ ਇੱਕ ਜੀਵਨਾ ਹੈ ਸਵਾਸਾਂ ਦਾ ਚੱਲਣਾ, ਇਹਨੂੰ ਜੀਵਨ ਆਪਾਂ ਕਹਿੰਦੇ। ਇੱਕ ਮਰਨਾ ਹੈ, ਸਵਾਸ ਸਮਾਪਤ ਹੋ ਜਾਣੇ ਤੇ ਸਰੀਰਕ ਮੌਤ ਹੈ। ਪਰ ਮਹਾਰਾਜ ਨੇ ਆਖਿਆ ਪਰਮੇਸ਼ਰ ਦਾ ਭੁੱਲ ਜਾਣਾ ਵੀ ਇੱਕ ਮਰਨਾ ਹੈ। ਪਰਮੇਸ਼ਵਰ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਵੀ ਇੱਕ ਜੀਵਨਾ ਹੈ। ਜਦੋਂ ਸਾਧ ਸੰਗਤ ਵਿੱਚ ਮਿਲੇਗਾ ਤਾਂ ਜਿਉਂਦਾ ਹੋਵੇਗਾ, ਫਿਰ ਜੀਵਨ ਮਿਲੇਗਾ। ਇੱਕ ਨੂੰ ਸਿਮਰਦਿਆਂ ਹੋਇਆਂ ਸਦਾ ਵਾਸਤੇ ਸੁਖੀ ਹੋ ਜਾਵੇਗਾ। ਮਨ ਤਨ ਰਾਤਾ ਰਾਮ ਪਿਆਰੇ। ਗਰੀਬ ਨਵਾਜ ਕਹਿੰਦੇ ਜਿਨ੍ਹਾਂ ਦਾ ਭਾਈ ਉਸ ਰਾਮ ਸਰਬ ਵਿਆਪਕ ਪਿਆਰੇ ਪ੍ਰਭੂ ਜੀ ਦੇ ਨਾਲ ਮਨ ਰੱਤਾ ਹੋਇਆ ਤੇ ਤਨ ਵੀ ਰੱਤਾ ਹੋਇਆ।
ਮਨ ਕਰਕੇ ਵੀ ਜਿਹੜੇ ਪ੍ਰੇਮ ਕਰਦੇ ਆ, ਤਨ ਕਰਕੇ ਵੀ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਜਿਨ੍ਹਾਂ ਦੇ ਮਨ ਤੇ ਤਨ ਨੂੰ ਪ੍ਰੇਮ ਰੂਪੀ ਰੰਗ ਚੜਿਆ ਹੈ ਰਾਮ ਪਿਆਰੇ ਦਾ। ਹਰ ਪ੍ਰੇਮ ਭਗਤ ਬਾਣ ਆਈ ਸੰਤੋ। ਇਹ ਸੰਤੋ ਸ਼ਾਂਤ ਪੁਰਖੋ, ਸ਼ਾਂਤ ਆਤਮਾ ਗੁਰਮੁਖ ਜਨੋ, ਹਰੀ ਪਰਮੇਸ਼ਰ ਦੇ ਨਾਲ ਪ੍ਰੇਮ ਦੇ ਸਹਿਤ ਭਗਤੀ ਕਰਨੀ ਪ੍ਰਭੂ ਦੀ, ਇਹ ਬਣ ਆਈ ਹੈ ਉਹਨਾਂ ਗੁਰਮੁਖਾਂ ਨੂੰ। ਉਹਨਾਂ ਨੂੰ ਪ੍ਰੇਮਾ ਭਗਤੀ ਪ੍ਰਾਪਤ ਹੋਈ ਹੈ। ਉਹ ਹਰੀ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਕਰਦੇ ਹਨ, ਪ੍ਰੇਮ ਨਾਲ ਭਗਤੀ ਕਰਦੇ। ਮੈਂ ਤੋਂ ਪਰੇ ਹੋ ਕਰਕੇ ਪ੍ਰਭੂ ਦੀ ਆਰਾਧਨਾ ਭਗਤੀ ਕਰਦੇ। ਉੱਥੇ ਮੈਂ ਨਹੀਂ ਹੈ। ਪ੍ਰੇਮ ਦਾ ਅਰਥ ਹੀ ਗੁਰਮੁਖਾਂ ਨੇ ਕੀਤਾ ਹੈ ਵੀ ਮੈਂ ਤੋਂ ਪਰੇ ਹੋ ਜਾਣਾ ਪ੍ਰੇਮ ਹੈ। ਜਿੰਨਾ ਚਿਰ ਮੈਂ ਹੈ, ਜਿੰਨਾ ਚਿਰ ਹੰਕਾਰ ਹੈ, ਤੇ ਫਿਰ ਉੱਥੇ ਪ੍ਰੇਮ ਨਹੀਂ ਹੈ। ਪ੍ਰੇਮ ਉਹ ਹੁੰਦਾ ਹੈ ਜਿੱਥੇ ਹੰਕਾਰ ਦੀ ਸਮਾਪਤੀ ਹੋ ਜਾਵੇ, ਹੰਕਾਰ ਖਤਮ ਹੋ ਜਾਵੇ, ਉੱਥੇ ਪ੍ਰੇਮ ਪੈਦਾ ਹੁੰਦਾ। ਵੀ ਉੱਥੇ ਮੈਂ ਨਹੀਂ, ਉੱਥੇ ਤਾਂ ਤੂੰ ਕਿਹਾ ਜਾਂਦਾ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦਾ ਕੀਰਤਨ ਆਸਾ ਕੀ ਵਾਰ ਦੀ ਸਮਾਪਤੀ ਤੋਂ ਗੁਰਮੁਖ ਪਿਆਰੇ ਸਰਵਣ ਕਰਵਾ ਰਹੇ ਸਨ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਉਹ ਪ੍ਰੇਮ ਦੀ ਅਵਸਥਾ। ਜਿੰਨਾ ਚਿਰ ਪ੍ਰੇਮ ਨਹੀਂ ਹਿਰਦੇ ਵਿੱਚ, ਉਹਨਾਂ ਚਿਰ ਚ ਤਾਂ ਕਹਿੰਦਾ ਹੈ ਵੀ ਮੇਰਾ ਹੀ ਸਭ ਕੁਝ ਹੈ, ਮੈਂ ਹੀ ਸਭ ਕੁਝ ਹਾਂ। ਜੇ ਮੈਂ ਨਾ ਹੋਵਾਂ ਤੇ ਕੁਝ ਹੋ ਹੀ ਨਹੀਂ ਸਕਦਾ। ਮੇਰੇ ਕਰਕੇ ਸਭ ਕੁਝ ਹੋ ਰਿਹਾ ਹੈ। ਉਹ ਮੈਂ ਬੋਲਦੀ ਅੰਦਰੋਂ, ਹੰਕਾਰ ਬੋਲਦਾ। ਤੇ ਜਦੋਂ ਅੰਦਰ ਵਾਹਿਗੁਰੂ ਜੀ ਦਾ ਪ੍ਰੇਮ ਪੈਦਾ ਹੁੰਦਾ ਹੈ ਤੇ ਫਿਰ ਕਹਿੰਦਾ ਮੈਂ ਕੁਝ ਵੀ ਨਹੀਂ ਆ, ਸਭ ਕੁਝ ਤੂੰ ਹੀ ਆ। ਭਗਤ ਜੀ ਨੇ ਆਖਿਆ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਤੇ ਜੇ ਕੁਝ ਮੈਂ ਪ੍ਰਭੂ ਤੈਨੂੰ ਸੌਂਪਦਾ ਵੀ ਆ, ਭੇਟ ਵੀ ਕਰਦਾ, ਤੇ ਤੇਰੇ ਦਿੱਤੇ ਚੋਂ ਹੀ ਭੇਟ ਕਰਦਾ, ਮੇਰਾ ਤੇ ਕੁਝ ਹੈ ਹੀ ਨਹੀਂ। ਮੇਰਾ ਇਹਦੇ ਵਿੱਚ ਕੀ ਲੱਗਦਾ? ਤਨ ਵੀ ਤੂੰ ਦਿੱਤਾ, ਮਨ ਵੀ ਤੂੰ ਦਿੱਤਾ, ਧਨ ਵੀ ਤੇਰਾ ਹੀ ਦਿੱਤਾ ਮੈਨੂੰ ਪ੍ਰਾਪਤ ਹੋਇਆ। ਉਂਝ ਜੇ ਵਿਚਾਰ ਕਰਕੇ ਵੇਖੀਏ ਪ੍ਰਭੂ ਦੀ ਬੋਲੀ ਹੋ ਰਹੀ ਹੈ ਤੇ ਸਾਡੀ ਸੰਸਾਰ ਦੀ ਬੋਲੀ ਹੋਰ ਹੈ। ਸਾਡੀ ਜਿਹੜੀ ਸੰਸਾਰੀ ਬੋਲੀ ਹੈ, ਇਹਦੇ 'ਚ ਕਿਸੇ ਨੂੰ ਤੂੰ ਕਰਕੇ ਬੋਲੀਏ ਤੇ ਅਗਲਾ ਕਹਿੰਦਾ ਅਨਪੜ੍ਹ ਬੰਦਾ, ਇਹਨੂੰ ਬੋਲਣਾ ਨਹੀਂ ਆਉਂਦਾ। ਵੇਖੋ ਤੂੰ ਕਰਕੇ ਬੋਲਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਹਜ਼ਾਰਾਂ ਵਾਰੀ ਪਰਮੇਸ਼ਰ ਨੂੰ ਤੂੰ ਕਰਕੇ ਬੁਲਾਇਆ, ਤੂੰ ਕਰਕੇ ਆਖੇ। ਜਿਵੇਂ ਜਪਜੀ ਸਾਹਿਬ ਜੀ ਆਪਾਂ ਪੜ੍ਹਦੇ ਆ, ਤੂੰ ਸਦਾ ਸਲਾਮਤ ਨਿਰੰਕਾਰ, ਉਥੇ ਇਹ ਨਹੀਂ ਆਖਿਆ ਤੁਸੀਂ ਸਦਾ ਸਲਾਮਤ ਨਿਰੰਕਾਰ, ਉਥੇ ਤੂੰ ਆਖਿਆ। ਜੇ ਬੰਦੇ ਨੂੰ ਆਖੀਏ ਨਾ ਤੂੰ ਰੇ ਆ, ਤੇ ਉਹਨੇ ਕਹਿਣਾ ਤੈਨੂੰ ਬੋਲਣਾ ਨਹੀਂ ਆਉਂਦਾ, ਤੁਸੀਂ ਨਹੀਂ ਕਹਿੰਦਾ, ਤੂੰ ਸਤਿਕਾਰ ਨਹੀਂ ਕਰਦਾ ਮੇਰਾ। ਪਰ ਰੱਬ ਨੂੰ ਅਨੇਕਾਂ ਵਾਰੀ ਤੂੰ ਕਹਿ ਕੇ ਬੁਲਾਇਆ ਬਾਣੀ ਦੇ ਵਿੱਚ। ਉਹਦਾ ਭਾਵ ਮਹਾਂਪੁਰਖਾਂ ਗੁਰਮੁਖਾਂ ਨੇ ਦਰਸਾਇਆ ਵੀ ਉਹਦੇ ਵਰਗਾ ਕੋਈ ਦੂਜਾ ਨਹੀਂ, ਇਸ ਕਰਕੇ ਉਹਨੂੰ ਤੂੰ ਆਖਿਆ। ਉਹ ਇੱਕੋ ਹੀ ਹੈ, ਤੂੰ ਇੱਕ ਵਚਨ ਹੈ, ਉਹਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ। ਤੇ ਜਿੱਥੇ ਪ੍ਰੇਮ ਹੋਵੇ, ਪ੍ਰੇਮ ਦੇ ਵਿੱਚ ਕਹਿੰਦੇ ਵੀ ਫਿਰ ਭਾਸ਼ਾ ਜਿਹੜੀ ਹੈ ਪ੍ਰੇਮ ਦੀ ਇਸ ਤਰ੍ਹਾਂ ਦੀ ਹੁੰਦੀ ਹੈ। ਜਿੱਥੇ ਬਹੁਤਾ ਪ੍ਰੇਮ ਹੋਵੇ ਨਾ, ਉੱਥੇ ਅੱਖਰਾਂ ਨੂੰ ਨਹੀਂ ਵੇਖਿਆ ਜਾਂਦਾ। ਜਿੱਥੇ ਪ੍ਰੇਮ ਦੀ ਗੱਲ ਹੋਵੇ, ਜਿਵੇਂ ਹੁਣ ਪ੍ਰੇਮ ਹੁੰਦਾ ਮਾਂ ਪਿਓ ਦਾ ਬੱਚੇ ਨਾਲ, ਤੇ ਬੱਚੇ ਦਾ ਅੱਧਾ ਕੁ ਨਾਮ ਲੈ ਕੇ ਬੁਲਾ ਲੈਂਦੇ। ਭਗਤ ਨਾਮਦੇਵ ਸਾਹਿਬ ਜੀ ਦੇ ਦੋ ਨਾਮ ਆਉਂਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਇੱਕ ਪੂਰਾ ਨਾਮ ਤੇ ਇੱਕ ਅੱਧਾ ਨਾਮ। ਤੇ ਹਰੇਕ ਇਨਸਾਨ ਦੇ ਦੋ ਨਾਂ ਹੁੰਦੇ ਆ। ਇੱਕ ਪੂਰਾ ਹੁੰਦਾ ਜਿਹੜਾ ਆਪਾਂ ਜਦੋਂ ਸਾਈਨ ਕਰਦੇ ਉੱਥੇ ਲਿਖਦੇ ਆ, ਤੇ ਜਿਹੜਾ ਬਾਹਰ ਸਾਡਾ ਬੋਲਿਆ ਜਾਂਦਾ ਹੈ ਉੱਥੇ ਪੂਰਾ ਨਾਂ ਲੈ ਕੇ ਬੋਲਦੇ। ਇੱਕ ਘਰ ਵਿੱਚ ਅੱਧਾ ਨਾਮ ਵੀ ਚੱਲਦਾ, ਜਿਹੜਾ ਮਾਂ ਪਿਓ ਨੇ ਛੋਟੇ ਹੁੰਦਾ ਰੱਖਿਆ ਹੁੰਦਾ, ਤੇ ਉਹ ਅੱਧਾ ਨਾਂ ਲੈ ਕੇ ਹੀ ਬੁਲਾਉਂਦੇ ਆ। ਭਗਤ ਨਾਮਦੇਵ ਸਾਹਿਬ ਜੀ ਦਾ ਇਹ ਪੂਰਾ ਨਾਮ ਵੀ ਬਾਣੀ 'ਚ ਆਇਆ ਤੇ ਨਾਮਾ ਵੀ ਆਇਆ। ਜਿਹੜਾ ਨਾਮਾ ਵਾ ਇਹ ਉਹਨਾਂ ਦਾ ਅੱਧਾ ਨਾਮ, ਨਾਮਦੇਵ ਪੂਰਾ ਨਾਮ। ਤੇ ਜੋ ਮਾਤਾ ਪਿਤਾ ਛੋਟੇ ਹੁੰਦੇ ਆ ਨਾਮ ਲੈਂਦੇ ਹੁੰਦੇ ਸੀ ਨਾ, ਵੇ ਨਾਮਿਆ ਉਰੇ ਆ, ਉਹ ਨਾਮਾ ਨਾਮ ਵੀ ਬਾਣੀ ਵਿੱਚ ਆਇਆ। ਤੇ ਉਹ ਪ੍ਰੇਮ ਦੀ ਗੱਲ ਹੁੰਦੀ ਹੈ। ਮਾਂ ਪਿਓ ਪ੍ਰੇਮ ਨਾਲ ਅੱਧਾ ਨਾਂ ਲੈ ਕੇ ਬੁਲਾਉਂਦੇ ਤੇ ਉਹਦੇ 'ਚ ਹੀ ਪਿਆਰ ਸਵਾਦ ਆ ਜਾਂਦਾ, ਜਦੋਂ ਮਾਤਾ ਪਿਤਾ ਅੱਧੇ ਨਾਮ ਨਾਲ ਹੀ ਬੁਲਾਉਂਦੇ। ਤੇ ਜਿੱਥੇ ਪ੍ਰੇਮ ਹੈ, ਫਿਰ ਪ੍ਰੇਮ ਦੀ ਭਾਸ਼ਾ ਹੀ ਐਸੀ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇੱਕ ਮਾਈ ਮਿਲੀ,
ਮਹਾਰਾਜ ਘੋੜੇ ਤੇ ਸਵਾਰ ਤੇ ਉਹ ਚਰਨਾਂ ਤੇ ਸਿਰ ਰੱਖ ਕੇ ਕਹਿੰਦੀ, ਤੂੰ ਪਾਪੀ ਮੈਂ ਬਖਸ਼ਣਹਾਰ, ਤੂੰ ਪਾਪੀ ਮੈਂ ਬਖਸ਼ਣਹਾਰ। ਸਿੱਖ ਕਹਿੰਦੇ, ਮਾਈ ਤੂੰ ਮਹਾਰਾਜ ਨੂੰ ਪਾਪੀ ਬਣਾਈ ਜਾਂਦੀ, ਆਪ ਬਖਸ਼ਣਹਾਰ ਬਣੀ ਜਾਂਦੀ। ਤੇ ਸੱਚੇ ਪਾਤਸ਼ਾਹ ਕਹਿੰਦੇ, ਨਹੀਂ ਰਹਿਣ ਦੋ, ਉਹ ਹਿਰਦੇ ਚੋਂ ਇਹੀ ਕਹਿੰਦੀ ਆ ਵੀ ਮੈਂ ਪਾਪੀ ਤੂੰ ਬਖਸ਼ਣਹਾਰ, ਪਰ ਪ੍ਰੇਮ ਹੀ ਇੰਨਾ ਵਾ ਵੀ ਉਹਨੂੰ ਬੋਲਣ ਦਾ ਪਤਾ ਹੀ ਨਹੀਂ ਲੱਗਦਾ ਵੀ ਮੈਂ ਅੱਖਰਾਂ ਤੋਂ ਇਸ ਤਰੀਕੇ ਨਾਲ ਨਿਕਲ ਰਿਹਾ ਜੀਭ ਦੇ ਵਿੱਚੋਂ। ਜੀਭ ਤੋਂ ਕਹੀ ਜਾਂਦੀ ਤੂੰ ਪਾਪੀ ਮੈਂ ਬਖਸ਼ਣਹਾਰ। ਤਾਂ ਇਹ ਪ੍ਰੇਮ ਦੀ ਭਾਸ਼ਾ ਹੈ। ਤੇ ਜਿੱਥੇ ਪ੍ਰੇਮ ਹੈ ਉਥੇ ਫਿਰ ਮਹਾਰਾਜ ਕਹਿੰਦੇ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉੱਥੇ ਅੱਖਰ ਨਹੀਂ ਇਕੱਲੇ ਪਰਖੇ ਜਾਂਦੇ। ਤੇ ਤੂੰ ਆਖਿਆ ਹੈ, ਤੂੰ ਤੋਂ ਗੱਲ ਚੱਲੀ ਸੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਮੇਰਾ ਤੇ ਮੇਰੇ ਵਿੱਚ ਕੁਝ ਹੈ ਹੀ ਨਹੀਂ ਹੈ, ਸਭ ਕੁਝ ਹੈ ਹੀ ਤੇਰਾ। कबीर तू तू करता तू हुआ, मुझ में रहा न हूं, जब आपा पर का मिट गया, जत देखो तत तू। कबीर ना हम किया ना करहगे, ना कर सकै शरीर, क्या जानो किश हर किया, भयो कबीर कबीर। कहते मैं तो कुछ कीता ही नहीं, ना कुछ कर सकता, ना मेरे शरीर विच ही ताकत है। कहते इन्नी कबीर कबीर धन कबीर होई पई। कहते ये तो परमेश्वर ने सब कुछ कर दिता, ਉਹਨੇ ਆਪ ਹੀ ਆਪਣੇ ਸੇਵਕਾਂ ਨੂੰ ਵਡਿਆਈ ਦੇ ਦਿੱਤੀ। ਤਾਂ ਮਹਾਰਾਜ ਸਾਹਿਬ ਜੀ ਫਰਮਾਉਂਦੇ ਆ ਕਿ ਭਾਈ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਲ ਪ੍ਰੇਮਾ ਭਗਤੀ ਦੇ ਨਾਲ ਸਾਂਝ ਜੋੜੀ ਹੈ ਨਾ, ਜਿਨ੍ਹਾਂ ਨੇ ਪ੍ਰਭੂ ਦੀ ਪ੍ਰੇਮ ਨਾਲ ਭਗਤੀ ਕੀਤੀ ਹੈ, ਮੈਂ ਤੋਂ ਪਰੇ ਹੋ ਕੇ ਭਗਤੀ ਕੀਤੀ ਹੈ ਨਿਮਰਤਾ ਪੂਰਵਕ, ਉਹਨਾਂ ਦੀ ਫਿਰ ਪ੍ਰਭੂ ਦੇ ਨਾਲ ਪੱਕੀ ਸਾਂਝ ਬਣ ਆਈ ਹੈ। ਇਹ ਸੰਤ ਜਨੋ ਸਤਿਗੁਰ ਖੇਪ ਨਿਵਾਹੀ ਸੰਤੋ। ਤੇ ਸਤਿਗੁਰੂ ਜੀ ਨੇ ਉਹਨਾਂ ਦੀ ਮਨੁੱਖਾ ਜਨਮ ਰੂਪੀ ਜਿਹੜੀ ਖੇਪ ਪੂੰਜੀ ਹੈ ਇਹ ਨਿਭਾ ਦਿੱਤੀ ਹੈ। ਇਹ ਸੰਤ ਜਨੋ ਸ਼ਾਤ ਆਤਮਾਓ, ਇਹ ਨਿਭ ਗਈ ਉਹਨਾਂ ਦਾ ਇਹ ਮਨੁੱਖਾ ਜਨਮ ਰੂਪੀ ਇਹ ਸਰੀਰ ਰੂਪੀ ਜਿਹੜੀ ਪੂੰਜੀ ਸੀ ਨਾ, ਉਹ ਤੋੜ ਨਿਭ ਗਈ। ਉਹਨਾਂ ਦੀ ਪ੍ਰੀਤ ਨਿਭ ਗਈ ਸਦਾ ਵਾਸਤੇ। ਉਹਨਾਂ ਦੀ ਜਿਹੜੀ ਸ਼ਰਧਾ ਰੂਪੀ ਖੇਪ ਸੀ, ਰਾਸੀ ਸੀ, ਪੂੰਜੀ ਸੀ, ਉਹ ਨਿਭ ਗਈ ਹੈ ਓੜਕ ਤੱਕ। ਹਰ ਨਾਮ ਲਾਹਾ ਦਾਸ ਕਉ ਦੀਆ। ਆਪਣੇ ਦਾਸ ਨੂੰ ਵਾਹਿਗੁਰੂ ਪਰਮੇਸ਼ਵਰ ਨੇ, ਹਰੀ ਨੇ ਨਾਮ ਦਾ ਲਾਹਾ ਦੇਣਾ ਕੀਤਾ ਹੈ। ਸਗਲੀ ਤ੍ਰਿਸ਼ਨ ਉਲਾਹੀ ਸੰਤੋ। ਤੇ ਉਸ ਦਾਸ ਦੇ ਹਿਰਦੇ ਵਿੱਚੋਂ ਸਾਰੀ ਤ੍ਰਿਸ਼ਨਾ ਲਾ ਦਿੱਤੀ ਹੈ। ਇਹ ਸੰਤ ਜਨੋ, ਮਹਾਂਪੁਰਖਾਂ ਨੇ ਦੱਸਿਆ ਵੀ ਇੱਥੇ ਲਾਹੀ ਦੀ ਥਾਂ ਤੇ ਉਲਾਹੀ ਅੱਖਰ ਜੋ ਮਹਾਰਾਜ ਨੇ ਵਰਤਿਆ ਨਾ, ਇਹ ਪੋਠੋਹਾਰ ਦੀ ਬੋਲੀ ਹੈ। ਉਸ ਇਲਾਕੇ ਵਿੱਚ ਲਾਹੀ ਦੀ ਥਾਂ ਤੇ ਊੜੇ ਅੱਖਰ ਨਾਲ ਵਰਤਦੇ ਉਲਾਹੀ, ਲਾ ਦੇਣਾ, ਲਾ ਦੇਣੀ। ਤਾਂ ਸਾਰੀ ਜਿਹੜੀ ਤ੍ਰਿਸ਼ਨਾ ਹੈ ਉਹ ਸੰਤ ਜਨੋ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਦਾਸਾਂ ਦੇ ਹਿਰਦੇ ਵਿੱਚੋਂ ਲਾ ਦਿੱਤੀ ਹੈ। ਸਬਰ ਦੇ ਦਿੱਤਾ ਹੈ, ਸੰਤੋਖ ਦੇ ਦਿੱਤਾ ਹੈ, ਆਤਮ ਤ੍ਰਿਪਤੀ ਦੇ ਦਿੱਤੀ ਹੈ, ਪੂਰਨ ਤੌਰ ਤੇ ਰਜਾ ਦਿੱਤਾ ਹੈ ਆਪਣੇ ਸਿਮਰਨ ਦੇ ਨਾਲ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸਾਰੀਆਂ ਭੁੱਖਾਂ ਹੀ ਉਹਨਾਂ ਦੀਆਂ ਨਿਵਰਤ ਕਰ ਦਿੱਤੀਆਂ। ਨਾ ਲੋਕ ਦੇ ਪਦਾਰਥਾਂ ਦੀ ਭੁੱਖ ਰਹਿ ਗਈ, ਨਾ ਪਰਲੋਕ ਦੇ ਪਦਾਰਥਾਂ ਦੀ ਭੁੱਖ ਰਹਿ ਗਈ। ਮਨ ਕਰਕੇ ਰੱਜ ਗਏ, ਸਰੀਰ ਕਰਕੇ ਵੀ ਤ੍ਰਿਪਤੀ ਹੋ ਗਈ। ਐਸੀ ਉਹਨਾਂ ਨੂੰ ਸੋ ਇਹ ਆਤਮ ਤ੍ਰਿਪਤੀ ਵਾਹਿਗੁਰੂ ਪਰਮੇਸ਼ਵਰ ਜੀ ਨੇ ਦਿੱਤੀ ਹੈ, ਸਿਮਰਨ ਕਰਕੇ ਪ੍ਰਾਪਤ ਹੋਈ ਹੈ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਜਿਹੜੀ ਤ੍ਰਿਸ਼ਨਾ ਸਾਰੇ ਦੁਨੀਆ ਦੇ ਪਦਾਰਥ ਪ੍ਰਾਪਤ ਕਰਕੇ ਨਹੀਂ ਰੱਜਦੀ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਪਾਰ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ, ਮਨ ਨਾ ਹੋਰੇ। ਮਨ ਤਾਂ ਹੋੜਦਾ ਹੀ ਨਹੀਂ, ਖਲੋਂਦਾ ਹੀ ਨਹੀਂ ਹੈ, ਪਰੈ ਹੀ ਕਉ ਲੁੱਝੀ ਹੈ। ਅੱਗੇ ਤੋਂ ਅੱਗੇ ਚਲੇ ਜਾਂਦਾ, 1000 ਪ੍ਰਾਪਤ ਹੋ ਜਾਵੇ, ਲੱਖ ਵੱਲੇ ਚਲੇ ਜਾਂਦੀ ਤ੍ਰਿਸ਼ਨਾ। ਸਹਸ ਖੱਟੇ ਲੱਖ ਕੋਟ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਸ਼ੈ ਪਾਵੈ। ਪਰ ਮਹਾਰਾਜ ਸਾਹਿਬ ਜੀ ਨੇ ਆਪਣੇ ਦਾਸਾਂ ਦੇ ਹਿਰਦੇ ਵਿੱਚੋਂ ਸਾਰੀ ਤ੍ਰਿਸ਼ਨਾ ਜਿਹੜੀ ਲਾ ਦਿੱਤੀ ਹੈ। ਸੰਤ ਜਨੋ ਰਹਾਉ ਵਿਸਰਾਮ ਦੇ ਕਰਕੇ ਫਰਮਾਉਂਦੇ ਹਨ, ਖੋਜਤ ਖੋਜਤ ਲਾਲ ਇੱਕ ਪਾਇਆ। ਖੋਜਦਿਆਂ ਖੋਜਦਿਆਂ, ਭਾਲਦਿਆਂ ਭਾਲਦਿਆਂ ਇੱਕ ਅਮੋਲਕ ਲਾਲ ਪ੍ਰਾਪਤ ਕੀਤਾ ਹੈ। ਹਰ ਕੀਮਤ ਕਹਿਣ ਨਾ ਜਾਈ ਸੰਤੋ। ਉਹ ਲਾਲ ਕਿਹੜਾ ਹੈ? ਹਾਰ, ਉਹ ਹਰੀ ਲਾਲ ਹੈ।
ਬੇਕੀਮਤੀ ਲਾਲ ਹੈ, ਤੇ ਉਸ ਹਰੀ ਦੀ ਪ੍ਰਾਪਤੀ ਦੀ ਕੀਮਤ ਨਹੀਂ ਕਹੀ ਜਾ ਸਕਦੀ। हे ਸੰਤ ਜਨੋ, ਸ਼ਾਂਤ ਸਰੂਪ ਪ੍ਰਭੂ ਦੇ ਪਿਆਰਿਓ, ਉਸ ਵਾਹਿਗੁਰੂ ਲਾਲ ਦੀ ਕੀਮਤ ਨਹੀਂ ਬਿਆਨੀ ਜਾ ਸਕਦੀ ਵੀ ਕਿਹੜੀ ਕੀਮਤ ਦੇ ਨਾਲ ਉਹ ਲਾਲ ਦੀ ਪ੍ਰਾਪਤੀ ਹੁੰਦੀ ਹੈ, ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਖੋਜਦਿਆਂ ਸ਼ਾਸਤਰਾਂ ਨੂੰ, ਖੋਜਦਿਆਂ ਵੇਦਾਂ ਨੂੰ, ਖੋਜਦਿਆਂ ਧਰਮ ਗ੍ਰੰਥਾਂ ਨੂੰ, ਤੇ ਲਾਲ ਇੱਕ ਪ੍ਰੇਮ ਰੂਪੀ ਲਾਲ ਪ੍ਰਾਪਤ ਕੀਤਾ, ਜਿਹੜਾ ਪ੍ਰਭੂ ਦਾ ਪ੍ਰੇਮ ਹੈ। ਉਸ ਹਰੀ ਦੇ ਪ੍ਰੇਮ ਦੀ ਕੀਮਤ ਨਹੀਂ ਦੱਸੀ ਜਾ ਸਕਦੀ ਸੰਤ ਜਨ। ਖੋਜਦਿਆਂ ਖੋਜਦਿਆਂ ਇਸ ਹਿਰਦੇ ਨੂੰ, ਅੰਤਸ਼ਕਰਨ ਨੂੰ ਗੁਰੂ ਕੇ ਸ਼ਬਦ ਦੁਆਰਾ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇਹ, ਤੋ ਇਸੇ ਪ੍ਰਕਾਰ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਸਤਿਗੁਰੂ ਕੇ ਸ਼ਬਦ ਦੁਆਰਾ ਜਦੋਂ ਆਪਣੇ ਆਪੇ ਨੂੰ ਖੋਜਿਆ, ਪੜਚੋਲਿਆ, ਤੇ ਫਿਰ ਅਮੋਲਕ ਲਾਲ ਹਰੀ ਪ੍ਰਾਪਤ ਹੋਇਆ, ਉਸ ਦਾ ਨਾਮ ਰੂਪੀ ਰਤਨ ਪ੍ਰਾਪਤ ਹੋਇਆ, ਲਾਲ ਪ੍ਰਾਪਤ ਹੋਇਆ, ਜਿਸ ਦੀ ਕੀਮਤ ਹੀ ਨਹੀਂ ਕਹੀ ਜਾ ਸਕਦੀ ਹੈ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਚਰਨ ਕਮਲ ਸਿਉ ਲਾਗੋ ਧਿਆਨਾ। ਹੁਣ ਪ੍ਰਭੂ ਦੇ ਪਿਆਰਿਆਂ ਦਾ ਪ੍ਰਭੂ ਦੇ ਚਰਨਾਂ ਕਮਲਾਂ ਦੇ ਨਾਲ ਧਿਆਨ ਲੱਗ ਗਿਆ, ਧਿਆਨ ਜੁੜ ਗਿਆ ਸ਼ਬਦ ਰੂਪੀ ਚਰਨਾਂ ਕਮਲਾਂ ਦੇ ਨਾਲ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਧਿਓ ਪਾਲ। ਵਾਹਿਗੁਰੂ ਦੇ ਸ਼ਬਦ ਰੂਪੀ ਚਰਨਾਂ ਨਾਲ ਧਿਆਨ ਲੱਗਿਆ ਹੈ। ਸਾਚੈ ਦਰਸ ਸਮਾਈ ਸੰਤੋ। ਉਹ ਸੱਚੇ ਤ੍ਰਈ ਕਾਲ ਆਬਾਦ ਰੂਪ, ਜੋ ਤਿੰਨਾਂ ਕਾਲਾਂ ਵਿੱਚ ਨਾਸ ਨਹੀਂ ਹੁੰਦਾ ਹੈ, ਐਸਾ ਜੋ ਸੱਚਾ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਸ ਸੱਚੇ ਦੇ ਦਰਸ਼ਨ ਦੇ ਵਿੱਚ ਸਮਾਈ ਹੋ ਗਈ, ਪ੍ਰਭੂ ਦੇ ਪਿਆਰਿਆਂ ਦੀ ਲੀਨ ਹੋ ਗਏ। ਗੁਣ ਗਾਵਤ ਗਾਵਤ ਭਏ ਨਿਹਾਲਾ। ਪ੍ਰਭੂ ਦੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਨਿਹਾਲ ਹੋ ਗਏ। ਹਾਲ ਨਾਮ ਦੁੱਖਾਂ ਦਾ ਹੁੰਦਾ ਹੈ, ਨੇ ਨਾਮ ਰਹਿਤ ਦਾ ਹੁੰਦਾ ਹੈ। ਦੁੱਖਾਂ ਤੋਂ ਰਹਿਤ ਹੋ ਗਏ, ਨਿਹਾਲ ਹੋ ਗਏ, ਚੜ੍ਹਦੀ ਕਲਾ ਦੇ ਵਿੱਚ ਹੋ ਗਏ। ਉਹ ਆਨੰਦ ਦੇ ਸਹਿਤ ਹੋ ਗਏ, ਖੁਸ਼ੀਆਂ ਦੇ ਸਹਿਤ ਹੋ ਗਏ, ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ। ਹਰ ਸਿਮਰਤ ਤ੍ਰਿਪਤ ਅਗਾਈ ਸੰਤੋ। ਇਹ ਸੰਤ ਜਨੋ, ਸ਼ਾਂਤ ਆਤਮਾ ਗੁਰਮੁਖ ਪਿਆਰਿਓ, ਹਰੀ ਪਰਮੇਸ਼ਰ ਨੂੰ ਸਿਮਰਦਿਆਂ ਉਹਨਾਂ ਨੂੰ ਤ੍ਰਿਪਤੀ ਹੋ ਗਈ। ਆਤਮ ਤ੍ਰਿਪਤੀ ਕਰਕੇ ਉਹ ਅਗਾਈ ਰੱਜ ਗਏ। ਤ੍ਰਿਪਤ ਨਾਮ ਵੀ ਰੱਜਣ ਦਾ, ਅਗਾਈ ਨਾਮ ਵੀ ਰੱਜਣ ਦਾ। ਇਸ ਕਰਕੇ ਮਨ ਕਰਕੇ ਵੀ ਰੱਜ ਗਏ, ਤੇ ਅਗਾਈ ਤਨ ਇੰਦਰੀਆਂ ਕਰਕੇ ਵੀ ਉਹ ਤ੍ਰਿਪਤ ਹੋ ਗਏ, ਰੱਜ ਗਏ। ਤ੍ਰਿਪਤ ਸੰਸਾਰ ਦੇ ਪਦਾਰਥਾਂ ਵੱਲੋਂ ਵੀ ਰੱਜ ਗਏ, ਲੋਕ ਦੇ ਪਦਾਰਥਾਂ ਵੱਲੋਂ, ਤੇ ਅਗਾਈ ਪਰਲੋਕ ਦੇ ਪਦਾਰਥਾਂ ਦੀ ਵੀ, ਕੋਈ ਪਰਲੋਕ ਦੇ ਸੁੱਖਾਂ ਦੀ ਵੀ ਇੱਛਾ ਨਹੀਂ ਰਹਿ ਗਈ। ਪਰਲੋਕ ਦੇ ਪਦਾਰਥਾਂ ਵੱਲੋਂ ਵੀ ਸੰਤ ਜਨੋ ਰੱਜ ਗਏ। ਆਤਮ ਰਾਮ ਰਵਿਆ ਸਭ ਅੰਤਰ। ਫਿਰ ਉਹਨਾਂ ਨੂੰ ਇਹ ਦ੍ਰਿਸ਼ਟੀ ਪ੍ਰਾਪਤ ਹੋਈ ਕਿ ਉਹ ਆਤਮ ਰਾਮ ਸਾਰਿਆਂ ਦੇ ਅੰਦਰ ਜਿਹੜਾ ਰਵਿਆ ਵਿਆਪਕ ਹੋ ਰਿਹਾ, ਉਹ ਆਤਮਾ ਹੀ ਰਾਮ ਹੈ, ਤੇ ਰਾਮ ਹੀ ਆਤਮਾ ਰੂਪ ਹੈ, ਤੇ ਸਾਰਿਆਂ ਦੇ ਅੰਤਰਗਤ ਵਿਆਪਕ ਹੋ ਰਿਹਾ ਹੈ। ਕਤ ਆਵੈ ਕਤ ਜਾਈ ਸੰਤਾ। ਇਹ ਸੰਤ ਜਨੋ, ਸ਼ਾਂਤ ਆਤਮਾ ਪ੍ਰਭੂ ਦੇ ਪਿਆਰਿਓ, ਉਸ ਪ੍ਰਭੂ ਜਿਹੜਾ ਸਾਰੇ ਥਾਵਾਂ ਤੇ ਵਿਆਪਕ ਹੈ, ਉਹਨੇ ਕਾਤੇ ਆਵੇ, ਕਿਧਰੋਂ ਆਉਣਾ ਹੈ ਤੇ ਕਿੱਧਰ ਜਾਣਾ। ਉਹ ਕਿਸੇ ਪਾਸੇ ਆਉਂਦਾ ਤੇ ਜਾਂਦਾ ਨਹੀਂ ਹੈ, ਕਿਧਰੋਂ ਆਉਣਾ ਤੇ ਕਿੱਧਰ ਜਾਣਾ, ਜਿਹੜਾ ਪਹਿਲਾਂ ਹੀ ਸਾਰੇ ਥਾਵਾਂ ਤੇ ਮੌਜੂਦ ਹੈ, ਸਾਰੇ ਥਾਵਾਂ ਤੇ ਵਿਆਪਕ ਹੈ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਸਾਰੇ ਥਾਵਾਂ ਤੇ ਤਾਂ ਐਸਾ ਵਿਆਪਕ ਹੈ, ਜਿਵੇਂ ਸਾਰੀ ਬਨਸਪਤੀ ਦੇ ਵਿੱਚ ਅੱਗ ਮੌਜੂਦ ਹੈ ਪਹਿਲਾਂ ਹੀ, ਜਿਵੇਂ ਸਾਰੇ ਦੁੱਧ ਦੇ ਵਿੱਚ ਘਿਓ ਮੌਜੂਦ ਹੈ ਪਹਿਲਾਂ ਹੀ। ਘਿਓ ਦੀ ਇੱਕ, ਵਾਹਿਗੁਰੂ ਦੁੱਧ ਦੀ ਇੱਕ ਇੱਕ ਬੂੰਦ ਦੇ ਵਿੱਚ ਘਿਓ ਜਿਹੜਾ ਉਹ ਵਿਆਪਕ ਹੈ, ਇੱਕ ਇੱਕ ਬੂੰਦ ਦੇ ਵਿੱਚ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ। ਇਸੇ ਤਰ੍ਹਾਂ ਹੀ ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਉਹ ਵਾਹਿਗੁਰੂ ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ। ਨਾਨਕ ਏਕ ਓੰਕਾਰ। ਉਹਨੇ ਕਿਧਰੋਂ ਆਉਣਾ ਤੇ ਕਿੱਧਰ ਜਾਣਾ ਹੈ ਸੰਤ ਜਨੋ, ਪਹਿਲਾਂ ਹੀ ਸਾਰੇ ਵਿਆਪਕ ਹੈ। ਆਦ ਜੁਗਾਦੀ ਹੈ ਵੀ ਹੋਸੀ। ਉਹ ਆਦ ਵਿੱਚ ਵੀ ਹੈ, ਜਦੋਂ ਉਹਨੇ ਸ੍ਰਿਸ਼ਟੀ ਪੈਦਾ ਨਹੀਂ ਨਾ ਕੀਤੀ, ਸੰਸਾਰ ਨਹੀਂ ਬਣਾਇਆ, ਉਸ ਵੇਲੇ ਵੀ ਉਹ ਮੌਜੂਦ ਹੈ।
ਜੁਗਾਤੀ, ਜਦੋਂ ਉਹਨੇ ਯੁੱਗ ਪੈਦਾ ਕਰ ਦਿੱਤੇ, ਸਤਯੁਗ ਪੈਦਾ ਕਰ ਦਿੱਤਾ, ਤ੍ਰੇਤਾ ਬਣਾਤਾ, ਦੁਆਪਰ ਬਣਾਤਾ, ਕਲਯੁਗ ਬਣਾਤਾ, ਇਹ 4 ਯੁੱਗ ਬਣਾ ਦਿੱਤੇ। ਤੇ ਜੁਗਾਤੀ ਯੁੱਗਾਂ ਦੇ ਆਦ ਵਿੱਚ ਵੀ ਉਹ ਹੈ ਵੀ, ਹੁਣ ਵੀ ਹੈ, ਹੋਸੀ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਸਭ ਜੀਆਂ ਕਾ ਸੁਖਦਾਈ ਸੰਤੋ। ਇਹ ਪ੍ਰਭੂ ਦੇ ਪਿਆਰਿਓ ਮਹਾਤਮਾ ਜਨੋ, ਉਹ ਸਾਰਿਆਂ ਜੀਵਾਂ ਦਾ ਮਾਲਕ ਹੈ ਤੇ ਸਾਰਿਆਂ ਜੀਵਾਂ ਨੂੰ ਸੁਖਦਾਈ, ਸੁਖ ਦੇਣ ਵਾਲਾ ਹੈ। ਸੰਤ ਜਨੋ ਆਪ ਬੇਅੰਤ, ਅੰਤ ਨਹੀਂ ਪਾਈਐ। ਉਹ ਆਪ ਪਰਮੇਸ਼ਵਰ ਬੇਅੰਤ ਹੈ, ਉਹਨੂੰ ਬੇਅੰਤ ਹੀ ਕਹਿਣਾ ਬਣਦਾ ਹੈ। ਅੰਤ ਨਹੀਂ ਪਾਈਐ, ਉਹਦਾ ਅੰਤ ਨਹੀਂ ਪਾਇਆ ਜਾਂਦਾ ਕਿਸੇ ਪਾਸੋਂ। ਅੰਤ ਪਾਉਣ ਵਾਲੇ ਦਾ ਆਪਣਾ ਅੰਤ ਹੋ ਜਾਂਦਾ ਹੈ। ਅੰਤ ਪਾਉਣ ਵਾਲੇ ਦੀ ਬੁੱਧੀ ਦੀ ਸੋਚ ਦਾ ਅੰਤ ਹੋ ਜਾਂਦਾ ਹੈ। ਅੰਤ ਪਾਉਣ ਵਾਲੇ ਦਾ ਆਪਣਾ ਸਮਾਂ ਸਮਾਪਤ ਹੋ ਜਾਂਦਾ ਹੈ। ਜਿਸ ਨੇ ਵੀ ਉਸ ਨੂੰ ਕਥਿਆ ਨਾ, ਕਥਾ ਕੀਤੀ ਹੈ, ਕਰੋੜਾਂ ਨੇ ਪਿੱਛੇ ਕਥਿਆ, ਕਰੋੜਾਂ ਹੁਣ ਕਥਾ ਕਰ ਰਹੇ, ਕਰੋੜਾਂ ਆਉਣ ਵਾਲੇ ਸਮੇਂ ਵਿੱਚ ਕਥਨਗੇ, ਧਾਰਮਿਕ ਗ੍ਰੰਥਾਂ ਦੁਆਰਾ ਉਸ ਦੀ ਕਥਾ ਕਰ ਰਹੇ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਵੀ ਸਾਰਿਆਂ ਨੇ ਉਸ ਨੂੰ ਬੇਅੰਤ ਬੇਅੰਤ ਹੀ ਕਿਹਾ ਹੈ, ਅੰਤ ਨਹੀਂ ਕੋਈ ਉਹਦਾ ਪਾ ਸਕਦਾ। ਸਾਰੇ ਧਰਮ ਗ੍ਰੰਥ ਬੇਅੰਤ ਹੀ ਕਹਿੰਦੇ ਆ ਪ੍ਰਭੂ। ਜਪਜੀ ਸਾਹਿਬ 'ਚ ਬਚਨ ਆਉਂਦਾ ਨਾ, ਕਥਨਾ ਕਥੀ, ਕਥਾ ਕਰਨ ਵਾਲਿਆਂ ਨੇ ਕਥਾ ਕੀਤੀ। ਕਥਨਾ ਕਥੀ ਨਾ ਆਵੇ ਤੋਟ, ਪਰ ਕਥਾ ਦਾ ਤੋਟ ਅੰਤ ਨਹੀਂ ਆਉਂਦਾ। ਕਥ ਕਥ ਕਥੀ ਕੋਟੀ ਕੋਟ, ਕੋਟ ਕੋਟੀ ਨਾਮ ਕਰੋੜਾਂ ਦਾ, ਕੋਟ ਕੋਟ ਕਰੋੜਾਂ ਕਰੋੜਾਂ ਨੇ, ਭਾਵ ਕਰੋੜਾਂ ਨੇ ਪਿੱਛੇ ਕਥਿਆ, ਕਰੋੜਾਂ ਹੀ ਹੁਣ ਕਥਾ ਕਰ ਰਹੇ, ਕਰੋੜਾਂ ਹੀ ਆਉਣ ਵਾਲੇ ਸਮੇਂ 'ਚ ਕਥਾ ਕਰਨਗੇ। ਤੇ ਸਾਰਿਆਂ ਨੇ ਆਖਿਆ ਵਾਹਿਗੁਰੂ ਬੇਅੰਤ ਹੀ ਬੇਅੰਤ ਹੈ। ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ। ਜਪਜੀ ਸਾਹਿਬ ਜੀ ਮਹਾਰਾਜ ਨੇ ਆਖਿਆ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਕੇ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੱਡੀ ਉੱਚਾ ਹੋਵੈ ਕੋਏ, ਤੇ ਸੂਚੇ ਕਉ ਜਾਣੈ ਸੋਏ, ਜੇ ਵੱਡੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਉਹ ਬੇਅੰਤ ਹੀ ਬੇਅੰਤ ਹੈ, ਅਗਮਾ ਗੋਚਰਾ, ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣ ਜੀ। हे ਪ੍ਰਭੂ ਆਪਣੇ ਆਪੇ ਨੂੰ ਤੁਸੀਂ ਆਪ ਹੀ ਜਾਣਦੇ ਹੋ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆਪ ਬੇਅੰਤੋ, ਪਰਮੇਸ਼ਰ ਆਪ ਬੇਅੰਤ ਹੈ, ਅੰਤ ਨਹੀਂ ਪਾਈਏ, ਉਹਦਾ ਅੰਤ ਨਹੀਂ ਪਾਇਆ ਜਾਂਦਾ ਕਿਸੇ ਪਾਸੋਂ। ਪੂਰ ਰਹਿਆ ਸਭ ਠਾਈ ਸੰਤੋ। ਇਹ ਸ਼ਾਂਤ ਸਰੂਪ ਮਹਾਤਮਾ ਜਨੋ, ਸੰਤ ਜਨੋ, ਪਰਮੇਸ਼ਰ ਸਾਰਿਆਂ ਥਾਵਾਂ ਤੇ ਪੂਰਿਆ ਹੋਇਆ, ਸਭ ਠਾਈ, ਸਾਰਿਆਂ ਥਾਵਾਂ ਤੇ ਪਰਿਪੂਰਨ ਹੋ ਰਿਹਾ। ਓਨਾ ਹੀ ਹਾਥੀ ਵਿੱਚ ਪੂਰਨ ਹੈ ਤੇ ਓਨਾ ਹੀ ਕੀੜੀ ਵਿੱਚ ਪਰਿਪੂਰਨ ਹੈ। ਓਨਾ ਹੀ ਉਹ ਅਮੀਰ ਵਿੱਚ ਹੈ, ਓਨਾ ਹੀ ਗਰੀਬ ਵਿੱਚ ਹੈ, ਓਨਾ ਹੀ ਵੱਡੇ ਵਿੱਚ ਹੈ, ਓਨਾ ਹੀ ਛੋਟੇ ਵਿੱਚ ਹੈ। ਇੱਕੋ ਜਿਹਾ ਹੀ ਸਾਰੇ ਪਾਸੇ ਵਿਆਪਕ ਹੈ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਸਾਰਿਆਂ ਥਾਵਾਂ ਦੇ ਉੱਤੇ ਪਰਿਪੂਰਨ ਹੋ ਰਿਹਾ ਹੈ। ਮੀਤ ਸਾਜਨ ਮਾਲ ਜੋਗਨ ਸੁਤ। ਮਹਾਰਾਜ ਕਹਿੰਦੇ ਸਾਡਾ ਤੇ ਉਹ ਪਰਮੇਸ਼ਰ ਹੀ ਮਿੱਤਰ ਹੈ ਭਾਈ, ਉਹੀ ਸਾਡਾ ਸੱਜਣ ਹੈ, ਉਹੀ ਸਾਡਾ ਧਨ ਮਾਲ ਹੈ, ਉਹੀ ਸਾਡਾ ਜੋਬਨ ਜਵਾਨੀ ਹੈ, ਉਹੀ ਸਾਡਾ ਜਾਣੋ ਪੁੱਤਰ ਦੇ ਸੰਬੰਧ ਵਿੱਚ ਵੀ ਅਸੀਂ ਉਸੇ ਨੂੰ ਵੇਖਦੇ ਹਾਂ। ਹਰ ਨਾਨਕ ਬਾਪ ਮੇਰੀ ਮਾਈ ਸੰਤੋ। ਇਹ ਸੰਤ ਜਨੋ, ਹਰੀ ਆਪ ਹੀ ਮੇਰਾ ਬਾਪ ਹੈ ਤੇ ਆਪ ਹੀ ਮੇਰੀ ਮਾਈ ਹੈ। ਉਹ ਮਾਤਾ ਵੀ ਆਪ ਹੀ ਹੈ ਤੇ ਪਿਤਾ ਵੀ ਆਪ ਹੀ ਹੈ ਤੇ ਪੁੱਤਰ ਵਾਲਾ ਰਿਸ਼ਤਾ ਵੀ ਅਸੀਂ ਉਹਦੇ ਨਾਲ ਹੀ ਜੋੜਿਆ ਹੋਇਆ, ਤੇ ਮਿੱਤਰ ਸੱਜਣ ਵੀ ਉਸੇ ਨੂੰ ਹੀ ਕਹਿੰਦੇ ਆ, ਤੇ ਸਾਡਾ ਧਨ ਮਾਲ ਵੀ ਉਹ ਹੈ ਤੇ ਸਾਡਾ ਜੋਬਨ ਜਵਾਨੀ ਵੀ ਉਹੀ ਹੈ, ਸਭ ਕੁਝ ਉਹੀ ਹੈ। ਇਸੇ ਪ੍ਰਕਾਰ ਦੂਸਰਾ ਕਿ ਉਹ ਪਰਮੇਸ਼ਰ ਨੇ ਸਾਨੂੰ ਮੀਤ ਮਿੱਤਰ ਦਿੱਤੇ ਹੋਏ ਆ, ਉਸੇ ਨੇ ਸਾਨੂੰ ਸਾਜਣ ਸੱਜਣ ਦਿੱਤੇ ਹੋਏ ਆ,
ਉਸੇ ਵਾਹਿਗੁਰੂ ਨੇ ਸਾਨੂੰ ਮਾਲ ਖਜ਼ਾਨਾ ਬਖਸ਼ਿਆ ਹੋਇਆ ਹੈ, ਮਾਲ ਧਨ, ਹਾਥੀ ਘੋੜੇ, ਪਸ਼ੂ ਤੇ ਜੋਬਨ ਉਸੇ ਨੇ ਜਵਾਨੀ ਦਿੱਤੀ ਹੈ, ਉਸੇ ਨੇ ਸੁੱਤ ਪੁੱਤਰ ਦਿੱਤੇ ਹੈ, ਉਸ ਹਰੀ ਨੇ ਬਾਪ ਪਿਤਾ ਜੀ ਦਿੱਤੇ ਹੈ, ਉਸ ਹਰੀ ਨੇ ਮਾਈ ਮਾਤਾ ਦਿੱਤੀ ਹੈ। ਤੇ ਸਾਰੇ ਸੰਬੰਧਾਂ ਵਿੱਚ ਇਹ ਪਰਮੇਸ਼ਰ ਪਿਆਰਾ ਹੀ ਉਸੇ ਨੂੰ ਹੀ ਅਸੀਂ ਵੇਖਦੇ ਹਾਂ, ਉਹ ਆਪ ਹੀ ਸਭ ਕੁਝ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਭੌਕੇ ਹਾਕਾੜਾ ਜੀਓ। ਤੋ ਗਰੀਬ ਨਵਾਜ਼ ਸਾਹਿਬ ਜੀ ਨੇ 916 ਅੰਗ ਤੇ ਅਸ਼ਟਪਦੀ ਦੁਆਰਾ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰੂ ਪੰਚਮ ਪਾਤਸ਼ਾਹ ਗਰੀਬ ਨਵਾਜ਼ ਸਾਹਿਬ ਜੀ ਕੀ ਆਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਆਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਬੇਲ। ਆਪ ਬੇਅੰਤ ਅੰਤ ਨਹੀਂ ਪਾਈਐ, ਪੂਰ ਰਹਿਆ ਸਭ ਠਾਈ ਸੰਤ ਹੋ। ਮੀਤ ਸਾਜਨ ਮਾਲ ਜੋਬਨ ਸੁਤ, ਹਰ ਨਾਨਕ ਬਾਪ ਮੇਰੀ ਮਾਈ ਸੰਤ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।